ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਅਪੀਲ ਹੈ ਕਿ ਇਸ ਚਰਚਾ ਨੂੰ ਚਲਦੇ ਚਲਦੇ ਲਾਈਕ, ਸ਼ੇਅਰ ਤੇ ਆਪਣੇ ਵਿਚਾਰ ਕਮੈਂਟ ਅਖੀਰ ਦੇ ਵਿੱਚ ਜ਼ਰੂਰ ਕਰਿਓ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਧੰਨਵਾਦ ਜੀ ਤੁਹਾਡੇ ਜੁੜਨ ਨਾਲ ਤੇ ਸਰੋਤਿਆਂ ਦੇ ਜੁੜਨ ਨਾਲ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ। ਸਭ ਤੋਂ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਬੀਜੇਪੀ ਜਿਹੜੀ ਹੈ 2024 ਦੀਆਂ ਤਿਆਰੀਆਂ ਕਰ ਰਹੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਜਿਹੜੀ ਮੀਟਿੰਗ ਸੱਦੀ ਸੀਗੀ ਉਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਮੰਤਰੀ ਕੇਂਦਰੀ ਕੈਬਨਿਟ ਦੇ ਨੇ ਉਹਨਾਂ ਦੇ ਨਾਲ ਚਰਚਾ ਕਰਦਿਆਂ ਕਿਹਾ ਕਿ ਆਪਾਂ 2024 ਛੱਡੋ 2047 ਤੱਕ ਦੀ ਚਰਚਾ ਕਰੋ। ਮਤਲਬ ਕਿ ਜਿਹੜੀਆਂ ਗੱਲਾਂ ਪਹਿਲਾਂ ਹੁੰਦੀਆਂ ਸੀ ਕਿ ਜੋ 70 ਸਾਲ 'ਚ ਨਹੀਂ ਹੋਇਆ ਉਹ ਹੁਣ 100 ਸਾਲ ਦੀ ਗੱਲ ਹੋਏਗੀ ਕਿ 100 ਸਾਲਾਂ ਦੇ ਵਿੱਚ ਕੀ ਕੀਤਾ, ਜੋ ਪਿਛਲੇ 100 ਸਾਲਾਂ 'ਚ ਨਹੀਂ ਹੋਇਆ ਉਹ ਇਹਨਾਂ ਨੇ ਕੀ ਕਰਕੇ ਦਿਖਾਇਆ। ਓਏ ਹੋਏ ਸੌਰੀ। ਚਰਚਾ ਮੈਂ ਇੱਥੋਂ ਸ਼ੁਰੂ ਕਰਾਂਗਾ, ਫਿਰ ਇਹਦੇ ਨਾਲ ਪਹਿਲਾਂ ਆਪਾਂ ਸ਼ੁਰੂਆਤ ਜਿਹੜੀ ਹੈ ਮੇਰੇ ਖਿਆਲ 'ਚ ਉੱਥੋਂ ਕਰਨੀ ਚਾਹੀਦੀ ਹੈ। ਜੋ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਵੱਖਵਾਦੀਆਂ ਦੀ ਗੱਲ ਆਉਂਦੀ ਹੈ ਜਾਂ ਖਾਲਿਸਤਾਨੀਆਂ ਦੀ ਗੱਲ ਕੀਤੀ ਜਾਂਦੀ ਹੈ ਜਾਂ ਉੱਥੇ ਜੋ ਵੀ ਕੋਈ ਛੋਟੀ ਮੋਟੀ ਇਹੋ ਜਿਹੀ ਜਾਂ ਵੱਡੇ ਪੱਧਰ ਤੇ ਕਾਰਵਾਈ ਵਾਪਰਦੀ ਹੈ ਜਿਹਦਾ ਸਿੱਧਾ ਸੰਬੰਧ ਭਾਰਤ ਦੇ ਨਾਲ ਹੁੰਦਾ। ਭਾਰਤੀ ਕੌਂਸਲੇਟ ਦੇ ਉੱਤੇ ਅਮਰੀਕਾ ਦੇ ਵਿੱਚ ਹਮਲਾ ਹੋਇਆ, ਅੱਗ ਲਗਾ ਦਿੱਤੀ ਗਈ। ਇੱਧਰੋਂ ਭਾਰਤ ਦੇ ਵਿਦੇਸ਼ ਮੰਤਰੀ ਜਿਹੜੇ ਨੇ ਜੈ ਸ਼ੰਕਰ, ਉਹਨਾਂ ਦਾ ਬਿਆਨ ਬੀਤੇ ਦਿਨਾਂ ਤੋਂ ਵੀ ਸਾਹਮਣੇ ਆ ਰਿਹਾ, ਹੁਣ ਵੀ ਸਾਹਮਣੇ ਆਇਆ ਕਿ ਇਸ ਤਰ੍ਹਾਂ ਦਾ ਬਰਦਾਸ਼ਤ ਨਹੀਂ ਹੋਏਗਾ। ਬਾਹਰਲੇ ਮੁਲਕਾਂ ਨੂੰ ਵੀ ਉਹਨਾਂ ਨੂੰ ਵੀ ਅਵੇਅਰ ਕੀਤਾ ਗਿਆ ਕਿ ਤੁਸੀਂ ਇਸ ਬਾਰੇ ਥੋੜਾ ਜਿਹਾ ਇਹਨਾਂ ਉੱਤੇ ਲਗਾਮ ਕੱਸੋ, ਨਹੀਂ ਤਾਂ ਫਿਰ ਇਹਦਾ ਅੰਜਾਮ ਜਿਹੜਾ ਉਹ ਅਸੀਂ ਆਪਣੇ ਤਰੀਕੇ ਦੇ ਨਾਲ ਭੁਗਤਾਵਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨੇ। ਰਣ ਸਿੰਘ ਜੀ, ਕੀ ਇਹਨੂੰ ਉਸੇ ਨਜ਼ਰੀਏ ਨਾਲ ਦੇਖਿਆ ਜਾਵੇ ਜਿਸ ਨਜ਼ਰੀਏ ਨਾਲ ਸਰਕਾਰ ਦੇਖ ਰਹੀ ਹੈ, ਜਾਂ ਫਿਰ ਇੱਕ ਵੱਖਰਾ ਜਿਹੜਾ ਨਜ਼ਰੀਆ ਉਹ ਵੀ ਰੱਖਿਆ ਜਾਂਦਾ ਹੈ ਕਿ ਕੀ ਇਹ ਵਾਕਈ ਉਹਨਾਂ ਨੂੰ ਉਹ ਖਾਲਿਸਤਾਨੀ ਜਾਂ ਕੁਝ ਇਹੋ ਜਿਹੇ ਲੋਕ ਨੇ, ਜਾਂ ਉਹ ਕਿਸੇ ਹੋਰ ਨੀਤੀ ਦੇ ਤਹਿਤ ਕਿਸੇ ਹੋਰ ਪਾਸਿਓਂ ਆ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਿਹਦਾ ਸਿਹਰਾ ਜਿਹੜਾ ਉਹ ਸਿੱਖ ਕੌਮ ਦੇ ਸਿਰ ਦੇ ਉੱਤੇ ਵੱਜ ਦਿੱਤਾ ਜਾਂਦਾ? ਦੇਖੋ, ਜਿਹੜੀਆਂ ਵੱਖਵਾਦ ਜਾਂ ਅੱਤਵਾਦ ਨਾਲ ਸੰਬੰਧਿਤ ਘਟਨਾਵਾਂ ਨੇ, ਇਹ ਘਟਨਾਵਾਂ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਵੱਡਾ ਤੋਲ ਦੇ ਕੇ ਆਪਣੇ ਹੱਕ 'ਚ ਇੱਕ ਪਰਸੈਪਸ਼ਨ ਖੜੀ ਕਰਨ ਦੀ ਆਦਤ ਪੈ ਗਈ। ਇਹ ਸੱਚ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਮੈਂ ਵੀ ਨਿੰਦਾ ਕਰਦਾ, ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕ ਨਿੰਦਾ ਕਰਦੇ ਨੇ। ਇਸ ਗੱਲ ਨੂੰ ਬਿਨਾਂ, ਜਦੋਂ ਅਸੀਂ ਕਿਤੇ ਸਰਕਾਰ ਦੇ ਹੋਰ ਗੱਲਾਂ ਤੇ ਗੱਲ ਕਰਦੇ ਹਾਂ ਉਦੋਂ ਕਹਿੰਦੇ ਪਹਿਲਾਂ ਜਾਂਚ ਹੋਏਗੀ। ਜਦੋਂ ਅਸੀਂ ਇਹੀ ਗੱਲਾਂ ਹੋਰ ਕਿਸੇ ਤਰ੍ਹਾਂ ਦੇ ਕ੍ਰਾਈਮ 'ਚ ਆ ਕੇ ਗੱਲ ਕਰੀਏ ਕਿ ਫਲਾਂ ਵਿਅਕਤੀ ਦੇ ਦੋਸ਼ ਲੱਗੇ ਨੇ, ਉਹਨੂੰ ਕਿਉਂ ਨਹੀਂ ਅਰੈਸਟ ਕੀਤਾ ਜਾਂਦਾ, ਹਾਲੇ ਦੀ ਜਾਂਚ ਨਹੀਂ ਪੂਰੀ ਹੋਈ। ਕੀ ਇਹ ਕੱਲ ਘਟਨਾ ਹੋਈ ਹੈ ਜੀ ਜਾਂ ਅੱਜ ਘਟਨਾ ਹੋਈ ਹੈ, ਕੀ ਇਹਦੀ ਜਾਂਚ ਹੋਗੀ? ਜਿਹੜਾ ਇਸ ਦੇ ਸੰਬੰਧ ਵਿੱਚ ਦੇਸ਼ ਦੇ ਜਿਹੜੇ ਵਜ਼ੀਰ ਨੇ ਉਹ ਇਹ ਗੱਲ ਕਹਿਣ ਤੇ ਫਟਾਫਟ ਕਾਲੇ ਨੇ ਕਿ ਜੀ ਨਹੀਂ, ਅਸੀਂ ਪਤਾ ਨਹੀਂ ਕੀ ਕਰ ਦਾਂਗੇ, ਅਸੀਂ ਉਹਨਾਂ ਨਾਲ ਪਰ ਕਰੜੇ ਹੋ ਕੇ ਨਜਿੱਠਾਂਗੇ। ਜੇਕਰ ਸਰਕਾਰਾਂ ਬਿਲਕੁਲ ਹਰ ਤਰ੍ਹਾਂ ਦੇ ਕ੍ਰਾਈਮ ਨਾਲ ਕਰੜਾ ਹੋ ਕੇ ਨਜਿੱਠਣ, ਆਪਾਂ ਸਾਰੇ ਇਹਦਾ ਸਵਾਗਤ ਕਰਾਂਗੇ, ਚੰਗੀ ਗੱਲ ਹੋਵੇ। ਉਹ ਜਿਹੜਾ ਨੀਰਵ ਮੋਦੀ ਦਾ, ਜਿਹੜੇ ਮੋਦੀ ਪੈਸੇ ਲੈ ਕੇ ਭੱਜ ਗਏ ਬਾਹਰ, ਉਹ ਮੋਦੀ, ਉਹ ਸਾਰਿਆਂ ਨਾਲ ਵੀ ਕਰੜੇ ਹੋ ਕੇ ਨਜਿੱਠੇ ਸਰਕਾਰ, ਇਹ ਵਧੀਆ ਗੱਲ ਹੈ। ਮੈਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਫਿਰ ਮੈਂ ਕਹਿਣਾ ਕਿ ਮੈਂ ਨਿੰਦਾ ਕਰਦਾ, ਮੈਂ ਇਹਨਾਂ ਦੇ ਹੱਕ 'ਚ ਨਹੀਂ, ਪਰ ਸਰਕਾਰ ਨੂੰ ਇਹਨਾਂ ਗੱਲਾਂ ਦੇ ਵਿੱਚ ਬਹੁਤ ਕਾਲਾਪਣ ਦਿਖਾਉਣਾ, ਮੈਨੂੰ ਇਹ ਲੱਗਦਾ ਹੈ ਵੀ ਜਿਵੇਂ ਉਹ ਸਿਚੁਏਸ਼ਨ ਦਾ, ਮੈਂ ਇਹ ਤਾਂ ਨਹੀਂ ਦੋਸ਼ ਲਾਉਂਦਾ ਕਿ ਉਹਨਾਂ ਨੇ ਕਰਵਾਇਆ ਇਹ ਕੰਮ, ਪਰ ਇਹ ਦੋਸ਼ ਮੈਂ ਜ਼ਰੂਰ ਲਾਉਣਾ ਕਿ ਕਾਲ ਵਿੱਚ ਉਸ ਗੱਲ ਦਾ ਸਰਕਾਰ ਫਾਇਦਾ ਲੈਣਾ ਚਾਹੁੰਦੀ ਹੈ। ਇੱਕ ਪਰਸੈਪਸ਼ਨ ਖੜੀ ਕਰਕੇ ਲੋਕਾਂ ਦੇ ਵਿੱਚ ਪਹਿਲਾਂ ਹੀ ਇਹ ਡਰ ਬਣਿਆ ਹੋਇਆ ਹੈ, ਜਾਂ ਇੱਕ ਇਹ ਪਰਸੈਪਸ਼ਨ ਬਣੀ ਹੋਈ ਹੈ ਕਿ ਜਿਉਂ-ਜਿਉਂ ਇਲੈਕਸ਼ਨ ਨੇੜੇ ਆਏਗੀ ਤਿਉਂ-ਤਿਉਂ ਸਰਕਾਰ ਕੋਈ ਵੀ ਹੱਥ ਕੰਡਾ ਵਰਤ ਕੇ ਇਸ ਤਰ੍ਹਾਂ ਦੀ ਪਰਸੈਪਸ਼ਨ ਖੜੀ ਕਰੇਗੀ ਜਿਹਦੇ ਨਾਲ ਫਿਰਕਿਆਂ ਦੇ ਵਿੱਚ ਫੁੱਟ ਪਵੇ, ਤੇ ਜਿਹਦੇ ਨਾਲ ਸਮੇਂ ਦੀਆਂ ਸਰਕਾਰਾਂ ਜਾਂ ਹੋਰ ਰਾਜਨੀਤਿਕ ਪਾਰਟੀਆਂ, ਜੇ ਆਪਾਂ ਇਹ ਤੇ ਕੱਲੀ ਬੀਜੇਪੀ ਤੇ ਐਲੀਗੇਸ਼ਨ ਲਾਈਏ, ਇਹਨਾਂ ਦੇ ਐਲੀਗੇਸ਼ਨ ਇਸ ਕਰਕੇ ਲੱਗਦਾ ਕਿਉਂਕਿ ਇਹ ਸਰਕਾਰ 'ਚ ਨੇ, ਇਹਨਾਂ ਕੋਲੇ ਸਾਧਨ ਨੇ। ਅਦਰਵਾਈਜ਼ ਜੇ ਆਪਾਂ ਕਹੀਏ ਕਿ ਬਾਕੀ ਪਾਰਟੀਆਂ ਘੱਟ ਨਹੀਂ ਹੈਗੀਆਂ, ਉਹ ਵੀ ਸਮੇਂ-ਸਮੇਂ ਤੇ ਇਦਾਂ ਦੀ ਗੱਲ ਨੂੰ ਕੈਸ਼ ਕਰਦੀਆਂ ਨੇ। ਮੈਂ ਜਿਹੜੀ ਗੱਲ ਇਹ ਸਮਝਦਾ ਕਿ ਜਿਹੜੀਆਂ ਸਰਕਾਰਾਂ ਨੇ ਇਹ ਵਰਤਦੀਆਂ ਤਾਂ ਸਾਰੀਆਂ ਨੇ, ਪਰ ਇਹਦੇ ਵਿੱਚ ਜਿਹੜੀ ਸਰਕਾਰ ਸੱਤਾ ਤੇ ਰਹੇ ਉਹ ਤੇ ਇਹ ਦੋਸ਼ ਲੱਗੇਗਾ ਕਿ ਸਥਿਤੀ ਨੂੰ ਵਰਤਦੇ ਜ਼ਿਆਦਾ ਨੇ। ਜੇਕਰ ਉਹੀ ਗੱਲ ਮੈਂ ਪਹਿਲਾਂ ਕਹਿ ਹੀ ਚੁੱਕਿਆ ਕਿ ਜੇਕਰ ਇਹ ਬਿਲਕੁਲ ਸਿੰਸੀਅਰ ਨੇ ਇਸ ਗੱਲ ਤੇ,
ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਬਾਕੀ ਜਿਹੜੇ ਹੋਰ ਤਰ੍ਹਾਂ ਦੇ ਕ੍ਰਾਈਮ ਨੇ ਉਹਨਾਂ 'ਚ ਵੀ ਇੰਨੀ ਜਲਦੀ ਦਿਖਾਉਣ, ਫਿਰ ਇਹ ਗੱਲ ਵਾਜਬ ਰਹੇਗੀ। ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਪਿਛਲੇ ਵਾਰੀ ਵੀ ਇਲੈਕਸ਼ਨਾਂ ਨੇੜੇ ਹੋਣ ਕਰਕੇ ਇਹ ਸਰਕਾਰ ਨੇ ਏਦਾਂ ਦਾ ਇਹ ਤੇ ਦੋਸ਼ ਲੱਗਦਾ ਹੈ ਕਿ ਇਸ ਸਥਿਤੀ ਨੂੰ ਵਰਤ ਕੇ ਫਿਰਕਿਆਂ ਵਿੱਚ ਪਾਣਾ ਪਾ ਕੇ ਆਪਣੇ ਹੱਕ 'ਚ ਭੁਗਤਾਇਆ ਗਿਆ। ਉਹਦਾ ਹਾਲੇ ਤੱਕ ਜਿਹੜਾ ਪੁਲਵਾਮਾ ਦਾ ਸੀ ਗੱਲ, ਉਹਦਾ ਸਫੀਸ਼ੀਐਂਟ ਜਵਾਬ ਲੋਕਾਂ ਨੂੰ ਨਹੀਂ ਮਿਲਿਆ। ਉਹਦੇ ਵਿੱਚ ਕੀ ਹੈ, ਉਹਦਾ ਸੱਚ ਸਾਹਮਣੇ ਨਹੀਂ ਆਇਆ। ਗਵਰਨਰ ਮਲਿਕ ਨੇ ਵੱਡੇ ਦੋਸ਼ ਲਾਏ ਨੇ। ਸੋ ਇਹ ਵੀ ਇੱਕ ਖਦਸ਼ਾ ਹੈ ਕਿ ਇਸ ਮੌਕੇ ਇਸ ਤਰ੍ਹਾਂ ਦੀ ਕਿਸੇ ਘਟਨਾ ਦਾ ਵੱਡਾ ਫਾਇਦਾ ਲੈਣ ਤੋਂ ਸਰਕਾਰ ਸੰਕੋਚ ਨਹੀਂ ਕਰੇਗੀ। ਸਰਕਾਰ ਤੋਂ ਭਾਵ ਮੇਰਾ ਪੋਲੀਟੀਕਲ ਪਾਰਟੀ ਬੀਜੇਪੀ, ਇੱਥੇ ਉਹ ਹੈ। ਸਰਕਾਰ ਕੋਈ ਹੋਰ ਚੀਜ਼ ਹੁੰਦੀ ਹੈ। ਰਾਜਨੀਤਿਕ ਪਾਰਟੀ ਜਿਹੜੀ ਬੀਜੇਪੀ ਹੈ ਇਸ ਗੱਲ ਤੋਂ ਇਹ ਸੰਕੋਚ ਨਹੀਂ ਕਰੇਗੀ ਜੀ। ਹਾਂਜੀ ਰਾਣਾ ਸਿੰਘ ਜੀ, ਮੈਂ ਇੱਥੇ ਪੜ੍ਹ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀਗਾ, ਉਹਨੂੰ ਲੈ ਕੇ ਕਹਿੰਦੇ ਸੋਸ਼ਲ ਮੀਡੀਆ ਤੇ ਕਾਫੀ ਪੋਸਟਾਂ ਧਮਕੀ ਭਰੀਆਂ ਵਾਇਰਲ ਹੋ ਰਹੀਆਂ ਨੇ, ਜਿਹਦੇ ਕਰਕੇ ਇੱਧਰ ਭਾਰਤ ਦੇ ਵਿੱਚ ਕੈਨੇਡੀਅਨ ਜਿਹੜੇ ਹਾਈ ਕਮਿਸ਼ਨਰ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਆ ਵੀ ਉੱਥੋਂ ਦੇ ਅਧਿਕਾਰੀਆਂ ਨੂੰ ਕੋਈ ਜਾਣ ਦਾ ਖਤਰਾ ਨਾ ਹੋਵੇ ਜਾਂ ਇਸ ਤਰ੍ਹਾਂ ਦੀ ਗੱਲ ਨਾ ਹੋਵੇ। ਮੈਂ ਪਿਛਲੇ ਦਿਨਾਂ ਗੁਰਪਤਵੰਤ ਪੰਨੂ ਦੀ ਵੀ ਇੱਕ ਵੀਡੀਓ ਦੇਖ ਰਿਹਾ ਸੀ, ਜਿਹਨੇ ਸੱਦਾ ਦਿੱਤਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਨੇ ਉਹ ਜਥੇ ਜਾ ਕੇ ਰਵਾਨਾ ਹੋਇਆ ਕਰਨਗੇ, 5-5 ਲੋਕ ਜਾ ਕੇ ਉਹ ਭਾਰਤੀ ਕੌਂਸਲੇਟ ਦੇ ਬਾਹਰ ਜਿਹੜੇ ਨੇ ਉਹਨਾਂ ਦੇ ਤਿਰੰਗਾ ਫੂਕਿਆ ਕਰਨਗੇ ਜਾਂ ਉੱਥੇ ਵਿਰੋਧ ਪ੍ਰਦਰਸ਼ਨ ਕਰਿਆ ਕਰਨਗੇ। ਜਦੋਂ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਪੰਜਾਬੀਆਂ ਨੂੰ ਦੇਸ਼ ਦੇ ਵਿੱਚ ਵੀ ਤੇ ਵਿਦੇਸ਼ਾਂ ਦੇ ਵਿੱਚ ਵੀ, ਇਹੋ ਜਿਹੇ ਜਿਹੜੇ ਵੱਖਵਾਦੀ ਜਾਂ ਇਹੋ ਜਿਹੇ ਲੋਕ ਜਦੋਂ ਸਾਹਮਣੇ ਆਉਂਦੇ ਨੇ, ਤਾਂ ਇੱਥੇ ਵੀ ਇੱਕ ਚਰਚਾ ਛਿੜਦੀ ਹੈ ਕਿ ਕੀ ਵਿਦੇਸ਼ਾਂ 'ਚ ਬੈਠੇ ਉਹ ਲੋਕ ਜਿਹੜੇ ਖਾਲਿਸਤਾਨੀ ਝੰਡੇ ਲੈ ਕੇ ਸੜਕਾਂ ਤੇ ਤੁਰਦੇ ਨੇ ਜਾਂ ਉੱਥੇ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ, ਤੇ ਕੀ ਉਹ ਜਾਂ ਉਹਨਾਂ ਦੇ ਨਾਲ ਪੰਜਾਬੀ ਜਿਹੜੇ ਉੱਥੇ ਸਿੱਖ ਰਹਿ ਰਹੇ ਨੇ ਜਾਂ ਪੰਜਾਬੀ ਰਹਿ ਰਹੇ ਨੇ, ਕੀ ਉਹ ਸਹਿਮਤ ਨੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਖਾਲਿਸਤਾਨ ਬਣੇ? ਜੇ ਬਣੇ ਤਾਂ ਕੀ ਉਹ ਆਪਣੀਆਂ ਜਿਹੜੀਆਂ ਇੰਨੀ ਮਸ਼ੱਕਤ ਤੋਂ ਬਾਅਦ PR ਉੱਥੇ ਪੈਂਦੀਆਂ, ਉਹ ਸਾਰਾ ਕੁਝ ਛੱਡ ਛਡਾ ਕੇ, ਆਪਣਾ ਕਾਰੋਬਾਰ ਛੱਡ ਛਡਾ ਕੇ ਪੰਜਾਬ ਵਿੱਚ ਆ ਕੇ ਰਹਿਣ ਨੂੰ ਤਿਆਰ ਨੇ? ਕਿ ਉਹ ਇਸ ਸਭ ਨੂੰ ਸਮਝਣਗੇ ਕਿ ਕੈਨੇਡਾ ਜਾਂ ਹੋਰ ਮੁਲਕਾਂ ਦੇ ਵਿੱਚ ਬਹਿ ਕੇ ਜਦੋਂ ਇਹਨਾਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਤਾਂ ਉਹਦਾ ਪੰਜਾਬ ਤੇ ਦੇਸ਼ ਦੇ ਵਿੱਚ ਰਹਿ ਰਹੇ ਸਿੱਖਾਂ ਦੇ ਉੱਤੇ ਜਾਂ ਵਿਦੇਸ਼ਾਂ 'ਚ ਰਹਿ ਰਹੇ ਸਿੱਖਾਂ ਦੇ ਉੱਤੇ ਇੰਟਰਨੈਸ਼ਨਲ ਪੱਧਰ ਤੇ ਕੀ ਅਸਰ ਪੈਂਦਾ? ਦੇਖੋ ਸੁਖਵਿੰਦਰ ਜੀ, ਇਹ ਹੈ ਕਿ ਜਿੱਥੇ ਤੱਕ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਕਿ ਇਸ ਸੀਮਾ ਤੱਕ ਅਸੀਂ ਕੋਈ ਵੀ ਵਿਚਾਰ ਦੀ ਆਜ਼ਾਦੀ ਹੈ, ਵਿਚਾਰ ਅਸੀਂ ਰੱਖ ਸਕਦੇ ਹਾਂ, ਉਹ ਵਿਚਾਰ ਰੱਖਣ ਦਾ ਸਾਨੂੰ ਇੱਕ ਅਧਿਕਾਰ ਹੈ। ਉਹ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਜਾਂ ਹਿੰਦੁਸਤਾਨ ਦੇ ਨਾਗਰਿਕ ਹਿੰਦੁਸਤਾਨ ਵਿੱਚ ਉਦਾਂ ਦੀਆਂ ਕਾਰਵਾਈਆਂ ਕਰ ਸਕਦੇ ਨੇ। ਬਾਹਰਲੇ ਲੋਕ ਉਹਨਾਂ ਨੂੰ ਸਪੋਰਟ ਦੇ ਸਕਦੇ ਨੇ। ਜਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਸਿਰਫ ਤੇ ਸਿਰਫ ਬਾਹਰੋਂ ਕੁਛ ਇੱਕ ਵਿਅਕਤੀ ਆਪਣਾ ਤੋਰੀ ਫੁਲਕਾ ਚਲਾਉਣ ਲਈ ਜਾਂ ਆਪਾਂ ਕਹੀਏ ਕਿਸੇ ਏਜੰਸੀ ਦੇ ਬਲਬੂਤੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਚਲਾਉਂਦੇ ਨੇ, ਤਾਂ ਕੁਦਰਤੀ ਆ ਉਹ ਸ਼ੱਕ ਦੇ ਘੇਰੇ ਵਿੱਚ ਤਾਂ ਦੇਖੇ ਜਾਣਗੇ। ਜਦੋਂ ਅਸੀਂ ਇਹ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਪੰਨੂ ਵਗੈਰਾ ਦੀ, ਜਦੋਂ ਦੇਖੀਦਾ ਕਿ ਪੰਜਾਬ ਵਿੱਚ ਕੋਈ ਬਹੁਤਾ ਇਹਨਾਂ ਦਾ ਆਧਾਰ ਨਹੀਂ ਹੈ ਤੇ ਨਾ ਹੀ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਲੋਕਾਂ ਵੱਲੋਂ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ ਹੈ, ਪਰੰਤੂ ਫਿਰ ਵੀ ਪੰਜਾਬ ਦੀ ਫਿਜ਼ਾ ਖਰਾਬ ਕਰਨ ਲਈ ਸਾਨੂੰ ਨਹੀਂ ਪਤਾ ਇਹਦੇ ਪਿੱਛੇ ਕੌਣ ਹੈ। ਇਹ ਖੁਦ ਨੇ ਜਾਂ ਇਹ ਕਿਸੇ ਏਜੰਸੀਆਂ ਤੋਂ ਵਰਤੇ ਜਾ ਰਹੇ ਨੇ ਜਾਂ ਕੋਈ ਏਜੰਸੀਆਂ ਇਹਨਾਂ ਨੂੰ ਵਰਤ ਰਹੀਆਂ ਨੇ, ਇਹਨਾਂ ਨੂੰ ਨਹੀਂ ਪਤਾ। ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਕਿਸੇ ਨੂੰ ਹੱਕ ਨਹੀਂ ਹੈ। ਹਾਂ, ਜੇ ਪੰਜਾਬ ਦੇ ਲੋਕ ਚਾਹੁੰਦੇ ਨੇ ਤਾਂ ਪੰਜਾਬ ਦੇ ਵਿੱਚ ਸੰਘਰਸ਼ ਕਰਨਗੇ ਉਸ ਤਰ੍ਹਾਂ ਦਾ ਜ਼ਰੂਰ ਕੋਈ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸੰਘਰਸ਼ ਨਹੀਂ ਦਿਖਦਾ। ਤੇ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਸਾਡੀਆਂ ਜਿਹੜੀਆਂ ਸਿੱਖ ਸਿਆਸਤ ਦੀਆਂ ਪ੍ਰਤੀਨਿਧ ਪਾਰਟੀਆਂ ਨੇ ਉਹਨਾਂ ਨੂੰ ਜ਼ਰੂਰ ਨਿੱਤਰ ਕੇ ਸਭ ਤੋਂ ਅੱਗੇ ਆਉਣਾ ਚਾਹੀਦਾ, ਜਾਂ ਇਹਨੂੰ ਕੰਡੈਮ ਕਰਨ ਜਾਂ ਜੋ ਵੀ ਇਹਨਾਂ ਬਾਰੇ ਉਹਨਾਂ ਦੀ ਨੀਤੀ ਹੈ ਉਹ ਲੋਕਾਂ ਦੇ ਸਾਹਮਣੇ ਰੱਖਣ, ਤਾਂ ਕਿ ਜਿਹੜੀ ਆਮ ਪਬਲਿਕ ਹੈ ਜਿਨ੍ਹਾਂ ਦੇ ਉੱਪਰ ਇਹ ਦੋਸ਼ ਲੱਗਦੇ ਨੇ ਉਹ ਇਸ ਗੱਲ ਤੋਂ ਬਚ ਸਕੇ। ਜੇ ਕੋਈ ਸੰਘਰਸ਼ ਕਰਦੀਆਂ ਮੂਵਮੈਂਟਸ ਇੱਥੇ ਹਨ ਪੰਜਾਬ 'ਚ, ਤਾਂ ਉਹਨਾਂ ਨੂੰ ਚਾਹੀਦਾ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਹ ਨਿੱਤਰ ਕੇ ਮੂਹਰੇ ਆਉਣਗੇ ਕਿ ਉਹ ਇਹ ਗੱਲ ਕਰਦੀਆਂ ਨੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ, ਇਹ ਘਟਨਾਵਾਂ ਨੂੰ ਵਰਤਿਆ ਜ਼ਿਆਦਾ ਜਾਂਦਾ ਹੈ। ਅਸਲ ਵਿੱਚ ਇਹ ਘਟਨੇ ਪਤਾ ਨਹੀਂ ਇਹ ਪੰਜਾਬ ਦੇ ਹਿੱਤ ਵਿੱਚ ਹਨ ਵੀ ਕਿ ਨਹੀਂ, ਇਹ ਵੀ ਇੱਕ ਵਿਸ਼ਲੇਸ਼ਣ ਦਾ ਵਿਸ਼ਾ ਹੈ। ਪਰੰਤੂ ਇਹ ਹੈ ਵੀ ਸਰਕਾਰ ਨੂੰ ਇੱਕ ਮੌਕਾ ਮਿਲ ਜਾਂਦਾ ਦਮਨ ਕਰਨ ਦਾ, ਤੇ ਉਹ ਨੌਜਵਾਨਾਂ ਨੂੰ ਇਸ ਆੜ ਦੇ ਵਿੱਚ ਆਪਣੀਆਂ ਕੀੜਾਂ ਕੱਢਦੀ ਹੈ, ਆਪਣੀ ਜਿਹੜੀ ਸਿਆਸਤ ਹੈ ਉਹ ਅੱਗੇ ਰੱਖ ਕੇ ਚੱਲਦੀ ਹੈ। ਔਰ ਮੈਂ ਇਹ ਕਹਿਣਾ ਕਿ ਇਸ ਤਰ੍ਹਾਂ ਦਾ ਮੌਕਾ ਜਦੋਂ ਸਰਕਾਰ ਨੂੰ ਮਿਲਦਾ ਹੈ
ਤਾਂ ਸਾਡੀਆਂ ਜਿਹੜੀਆਂ ਸਿੱਖ ਜਮਾਤਾਂ ਨੇ ਜਾਂ ਜਿਹੜੀਆਂ ਸਿੱਖ ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਨੂੰ ਚੇਤੰਨ ਹੋਣਾ ਚਾਹੀਦਾ, ਉਹਨਾਂ ਨੂੰ ਇਸ ਗੱਲ ਤੇ ਆਪਣਾ ਵਿਊ ਸਾਫ਼ ਕਰਨਾ ਚਾਹੀਦਾ ਕਿ ਉਹਨਾਂ ਦਾ ਇਸ ਗੱਲ ਤੇ ਕੀ ਸਟੈਂਡ ਹੈ। ਮੈਨੂੰ ਏਦਾਂ ਲੱਗਦਾ ਜੀ। ਪਰ ਪ੍ਰੋਫੈਸਰ ਜਦੋਂ ਅੰਮ੍ਰਿਤਪਾਲ ਦਾ ਵਰਤਾਰਾ ਵਾਪਰਿਆ ਸੀਗਾ ਜਾਂ ਹੁਣ ਵੀ ਕੋਈ ਇਹੋ ਜਿਹੀ ਖਬਰ ਸਾਹਮਣੇ ਆਉਂਦੀ ਹੈ ਤਾਂ ਉਹ ਧਿਰਾਂ ਇਹ ਗੱਲ ਕਹਿੰਦੀਆਂ ਨੇ ਕਿ ਜੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਸੀ ਤਾਂ ਫਿਰ ਅੰਮ੍ਰਿਤਪਾਲ ਨੂੰ ਹੁੰਗਾਰਾ ਕਿਵੇਂ ਮਿਲਿਆ, ਕਿਵੇਂ ਨੌਜਵਾਨ ਵੱਡੀ ਗਿਣਤੀ 'ਚ ਉਹਨਾਂ ਦੇ ਮਗਰ ਤੁਰੇ। ਉਹ ਕਹਿੰਦੇ ਕਿ ਜੇ ਪੰਜਾਬ ਦੇ ਹਾਲਾਤ ਚੰਗੇ ਹੁੰਦੇ ਤਾਂ ਇੱਥੇ ਨਸ਼ਿਆਂ ਦੇ ਨਾਲ ਨਿੱਤ ਮੌਤਾਂ, ਜਾਂ ਜਿਵੇਂ ਕੱਲ੍ਹ ਇੱਕ ਪਾਤੜਾਂ ਦੇ ਲਾਗੇ ਪਿੰਡ ਦੇ ਵਿੱਚ ਇੱਕ ਨੌਜਵਾਨ ਨੇ ਆਪਣੀ ਮਾਂ ਨੂੰ ਤੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਤਰੀਕੇ ਦੇ ਨਾਲ। ਮਤਲਬ ਕਿ ਜਦੋਂ ਏਦਾਂ ਦੀਆਂ ਘਟਨਾਵਾਂ ਉਹ ਕਹਿੰਦੇ ਸਾਹਮਣੇ ਆਉਂਦੀਆਂ ਨੇ ਤਾਂ ਉਹਦੇ ਵਿੱਚੋਂ ਓਬਵੀਅਸਲੀ ਹੈ ਕਿ ਕੁਝ ਪਿਛਲੀਆਂ ਜੋ 84 ਵੇਲੇ ਵਾਪਰਿਆ ਜਾਂ ਉਸ ਤੋਂ ਬਾਅਦ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਉਹ ਸਾਰਾ ਕੁਝ ਇੱਕ ਗੁੱਸਾ ਕਹਿੰਦੇ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਅੰਦਰ ਹੈ। ਉਹ ਅੱਜ ਵੀ ਇਸ ਇਤਿਹਾਸ ਨੂੰ ਜਾਣਦੇ ਨੇ, ਇਸ ਕਰਕੇ ਉਹਦਾ ਇੱਕ ਉਬਾਲ ਜਿਹੜਾ ਆ ਉਹਨੂੰ ਸੰਭਾਲਣ ਦੇ ਲਈ, ਉਸ ਵੇਗ ਨੂੰ ਸੰਭਾਲਣ ਦੇ ਲਈ ਕੋਈ ਨਾ ਕੋਈ ਸਮੇਂ-ਸਮੇਂ ਤੇ ਸਾਹਮਣੇ ਆਉਂਦਾ। ਤੇ ਉਸੇ ਵਰਤਾਰੇ ਦਾ ਨਤੀਜਾ ਇਹ ਸੀ, ਉਸੇ ਵਰਤਾਰੇ ਦਾ ਨਤੀਜਾ ਜਿਹੜਾ ਵਿਦੇਸ਼ਾਂ 'ਚ ਬੈਠੇ ਨੇ ਉਹ ਵੀ ਮੌਕਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਆਵੇ ਜਿਹੜਾ ਇਸ ਚੀਜ਼ ਨੂੰ ਸਾਂਭੇ ਤੇ ਅਸੀਂ ਉਸ ਨੂੰ ਲੈ ਕੇ ਅੱਗੇ ਤੁਰੀਏ। ਤੇ ਫਿਰ ਉਹ ਗੱਲ ਸਟੇਟ, ਡੀਪ ਸਟੇਟ ਤੱਕ ਜਾਂਦੀ ਹੈ ਜਾਂ ਹਕੂਮਤ ਨਾਲ ਮੱਥਾ ਲਾਉਣ ਦੀ ਆਉਂਦੀ ਹੈ। ਸੁਖਵਿੰਦਰ ਜੀ, ਇਸ ਗੱਲ ਦਾ ਜਵਾਬ ਮੈਂ ਪਹਿਲਾਂ ਵੀ ਦੇ ਚੁੱਕਿਆ ਕਿ ਜਿਹੜੀਆਂ ਧਿਰਾਂ ਸਿੱਖ ਸਿਆਸਤ ਦੀਆਂ ਪ੍ਰਤੀਨਿਧ ਨੇ ਇੱਥੇ, ਉਹਨਾਂ ਦਾ ਕਲੀਅਰ ਸਟੈਂਡ ਨਹੀਂ। ਜੇ ਉਹਨਾਂ ਦਾ ਕਲੀਅਰ ਸਟੈਂਡ ਹੋਵੇ ਤਾਂ ਜਿਹੜੀ ਇੱਥੋਂ ਦੀ ਸਿੱਖ ਪਾਪੂਲੇਸ਼ਨ ਹੈ, ਜਿਹੜੀ ਸਿਆਸਤ ਵਿੱਚ ਸਰਗਰਮ ਹੈ, ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ, ਤਾਂ ਉਹ ਇਹਨਾਂ ਦੀ ਅਗਵਾਈ 'ਚ ਜੁਟ ਜਾਣਗੇ। ਉਹ ਮੈਂ ਤੁਹਾਨੂੰ ਫਿਰ ਕਹਿਣਾ ਕਿ ਜਿਹੜੀ ਸਾਡੀ ਪੰਜਾਬ ਦੀ ਸਿੱਖ ਸਿਆਸਤ ਦੇ ਪ੍ਰਤੀਨਿਧ ਕਰਦੀਆਂ ਨੇ ਜਮਾਤਾਂ, ਉਹਨਾਂ ਦਾ ਅੱਜ ਤੱਕ ਦਰਬਾਰ ਸਾਹਿਬ ਦੇ ਹਮਲੇ ਬਾਰੇ ਬਹੁਤ ਕਲੀਅਰ ਸਟੈਂਡ ਨਹੀਂ। ਨਿੰਦਾ ਕਰਦੇ ਨੇ, ਇਹਨੂੰ ਬੁਰਾ ਸਮਝਦੇ ਨੇ, ਕਾਂਗਰਸ ਤੇ ਦੋਸ਼ ਲਾਉਂਦੇ ਨੇ, ਪਰ ਕਦੇ ਵੀ ਉਹ ਇਹ ਨਹੀਂ ਦੱਸਦੇ ਵੀ ਇਹਦੇ ਵਿੱਚ ਸਾਡਾ ਰੋਲ ਕੀ ਰਿਹਾ। ਉਹਨਾਂ ਦਾ ਰੋਲ ਵੀ ਬੜਾ ਨਿੰਦਣਯੋਗ ਰਿਹਾ। ਸੋ ਇਸ ਕਰਕੇ ਕਦੇ ਕਿਸੇ ਅੱਤਵਾਦੀ ਦੇ ਭੋਗ ਤੇ ਚਲੇ ਜਾਣਾ, ਕਦੇ ਕੰਡੈਮ ਕਰਨਾ, ਉਹ ਜਿਹੜਾ ਡਬਲ ਰੋਲ ਹੈ, ਜਿਹੜਾ ਸ਼ੱਕੀ ਰੋਲ ਹੈ, ਉਹ ਫਿਰ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਗੁੱਸਾ ਹੈ, ਉਹਨਾਂ ਨੂੰ ਕੋਈ ਹੋਰ ਸੈਂਟਰ ਲੱਭਣਾ ਪੈਂਦਾ ਹੈ, ਕੋਈ ਹੋਰ ਧਿਰ ਲੱਭਣੀ ਪੈਂਦੀ ਹੈ ਜਿੱਥੇ ਉਹ ਜਾ ਕੇ ਆਪਣਾ ਰੋਸ ਜ਼ਾਹਰ ਕਰ ਸਕਣ। ਪਿਛਲੇ ਸਮੇਂ ਦੇ ਵਿੱਚ 1984 ਤੋਂ 7 ਨੂੰ ਯਮੁਨਾ ਲਿੰਕ ਨਹਿਰ ਤੋਂ ਬਾਅਦ ਸਿੱਖ ਸਿਆਸਤ ਦੀਆਂ ਪ੍ਰਤੀਨਿਧ ਜਮਾਤਾਂ ਵੱਲੋਂ ਮੈਨੂੰ ਨਹੀਂ ਲੱਗਦਾ ਕੋਈ ਮਹਿੰਗਾਈ ਦੇ ਖਿਲਾਫ, ਕਿਸੇ ਹੋਰ ਗੱਲ ਦੇ ਖਿਲਾਫ ਕੋਈ ਵੱਡੀ ਐਜੀਟੇਸ਼ਨ ਲਗਾਈ ਗਈ ਹੋਵੇ। ਸਿਰਫ ਤੇ ਸਿਰਫ ਸੱਤਾ ਦਾ ਆਨੰਦ ਲਿਆ ਸਾਰਿਆਂ ਨੇ, ਉਹ ਜਿਹੜੀਆਂ ਧਿਰਾਂ ਨੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ, ਮੈਂ ਵਾਰ-ਵਾਰ ਤੁਹਾਨੂੰ ਦੁਬਾਰਾ ਵੀ ਇਹੀ ਗੱਲ ਕਹੂੰਗਾ ਕਿ ਉਹ ਜਿਹੜੀ ਸਿੱਖ ਸਿਆਸਤ ਦੀ ਪ੍ਰਤੀਨਿਧ ਸਿਆਸੀ ਜਮਾਤ ਹੈ, ਉਹ ਸਾਨੂੰ ਅਗਵਾਈ ਦੇਣ ਵਿੱਚ ਨਾਕਾਮ ਰਹੀ ਹੈ। ਇਸੇ ਕਰਕੇ ਇੱਥੇ ਜਿਹੜਾ ਵੈਕਿਊਮ ਹੈ, ਖਲਾਅ ਪੈਦਾ ਹੋਇਆ ਹੈ। ਉਹ ਖਲਾਅ ਦੇ ਵਿੱਚ ਇਹ ਗੱਲ ਤੁਹਾਡੀ ਨਾਲ ਮੈਂ ਸਹਿਮਤ ਹਾਂ ਕਿ ਵਕਤੀ ਜਿਹੜੇ ਲੋਕ ਨੇ ਉਹ ਉਸ ਵਕਤ ਨੂੰ ਆਪਣੇ ਮੁਤਾਬਕ ਚਲਾ ਕੇ ਆਪਣਾ ਫਾਇਦਾ ਲੈ ਸਕਦੇ ਨੇ। ਸੋ ਇਹ ਗੱਲ ਮਹੱਤਵਪੂਰਨ ਹੈ ਜੀ। ਜੀ ਬਿਲਕੁਲ। ਖੈਰ, ਜਦੋਂ ਅਸੀਂ 2047 ਦੀ ਗੱਲ ਕਰਦੇ ਆ, ਬੀਜੇਪੀ ਸਰਕਾਰ ਇਹਨੂੰ ਲੈ ਕੇ ਧੜੱਲੇ ਦੇ ਨਾਲ ਤਿਆਰੀ ਕਰ ਰਹੀ ਹੈ। ਮੋਦੀ ਸਾਹਿਬ ਆਪ ਅਗਵਾਈ ਕਰਦੇ ਨੇ ਉਹਨਾਂ ਮੀਟਿੰਗਾਂ ਦੀ, ਕੇਂਦਰੀ ਜਿਹੜੇ ਮੰਤਰੀ ਮੰਡਲ ਦੀ ਮੀਟਿੰਗ ਹੁੰਦੀ ਹੈ। ਜਦੋਂ ਇਹੋ ਜਿਹੇ ਦਾਅਵੇ ਕੀਤੇ ਜਾਂਦੇ ਨੇ ਤਾਂ ਨਾਲੋਂ ਨਾਲ ਖਬਰਾਂ ਇਹ ਚੱਲਦੀਆਂ ਕਿ ਮਹਿੰਗਾਈ ਦਾ ਹਾਲ ਦੇਖ ਲਓ। ਅੱਜ ਵੀ ਕਮਰਸ਼ੀਅਲ ਜਿਹੜੇ ਸਿਲੰਡਰ ਨੇ ਉਹਨਾਂ ਦੇ ਰੇਟ ਵੱਧ ਗਏ, ਪੈਟਰੋਲ ਡੀਜ਼ਲ ਜਾਂ ਤੇਲ ਕੀਮਤਾਂ, ਜਾਂ ਟਮਾਟਰ ਦੀ ਰੇਟ ਦੇਖ ਲਓ, ਜਿਹੜਾ ਆਮ ਘਰਾਂ ਦੀ ਜਿਹੜੀ ਇੱਕ ਜ਼ਰੂਰਤ ਹੁੰਦੀ ਹੈ ਉਹਨੂੰ ਲੈ ਕੇ। ਜਾਂ ਇਸ ਕਿਸਮ ਦੀ ਕੋਈ ਗੱਲ ਨਹੀਂ ਆਉਂਦੀ, ਉਹਦੇ ਉੱਤੇ ਕੋਈ ਏਜੰਡਾ ਨਹੀਂ, ਸਿਰਫ ਤੁਸੀਂ ਪੁਲ ਬਣਾਉਣ ਦੀਆਂ ਗੱਲਾਂ ਕਰਦੇ ਹੋ ਜਾਂ ਕਾਰਪੋਰੇਟ ਦੇ ਦਖਲ ਦੀ ਗੱਲ ਕਰਦੇ ਹੋ ਜਾਂ 6G ਜਿਹੜਾ ਨੈਟ ਉੱਥੇ ਤੱਕ ਪਹੁੰਚਣ ਦੀ ਗੱਲ ਕਰਦੇ ਹੋ। ਤੇ ਜਦ ਕਿ ਜੋ ਜ਼ਮੀਨੀ ਪੱਧਰ ਤੇ ਹੋ ਰਿਹਾ ਉਹਦਾ ਕੋਈ ਹੱਲ ਨਹੀਂ, ਜੋ ਮਨੀਪੁਰ ਦੇ ਵਿੱਚ ਬਲ ਸੜ ਰਿਹਾ ਉਹਦੀ ਕੋਈ ਗੱਲ ਨਹੀਂ। ਤੁਸੀਂ ਸਿਰਫ 2047 ਦੀ ਜਦੋਂ ਗੱਲ ਕਰਦੇ ਹੋ ਤਾਂ ਸਿੱਧਾ ਨਜ਼ਰ ਆਉਂਦਾ ਹੈ ਕਿ ਤੁਸੀਂ ਸੱਤਾ ਹੰਢਾਉਣਾ ਚਾਹੁੰਦੇ ਹੋ। ਉਹ ਤੇ ਬਿਲਕੁਲ ਇਹ ਕਹਿ ਰਹੇ ਨੇ ਵੀ ਜਿਵੇਂ ਸਾਡਾ ਇਹ ਸਮਝੌਤਾ ਹੋ ਗਿਆ ਕਿ ਜੇ 70 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਹੁਣ ਸਾਨੂੰ 70 ਸਾਲ ਦਿਓ, ਫਿਰ ਤੁਸੀਂ ਸਾਨੂੰ ਇਵੈਲੂਏਟ ਕਰਿਓ। ਮੈਂ ਹੈਰਾਨੀ ਇਸ ਗੱਲ ਤੇ ਹੈ ਕਿ ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਲੋਕਤੰਤਰ ਦੇ ਵਿੱਚ ਆਪਾਂ ਸਾਰੇ ਭਾਰਤੀਆਂ ਨੇ ਬੀਜੇਪੀ ਨੂੰ 10 ਸਾਲ ਦੇ ਦਿੱਤੇ। ਉਹ ਆਪਣੇ 10 ਸਾਲ ਦੇ ਕੰਮ ਤੇ ਕਿਉਂ ਨਹੀਂ ਵੋਟਾਂ ਮੰਗਦੇ? ਹੋ ਸਕਦਾ 47 ਕੀ ਉਹ ਜਿੰਨੀ ਦੇਰ ਮਰਜ਼ੀ ਰੱਖ ਸਕਦੇ ਆ। ਲੋਕਾਈ ਹੈ ਜਿਹੜੀ ਜਨਤਾ ਹੈ ਨਾ, ਜਨਤਾ ਜਨਾਰਦਨ ਬਹੁਤ ਵੱਡੀ ਹੈ। ਜੇ ਜਨਤਾ ਉਹਨਾਂ ਦੇ ਪੱਖ ਵਿੱਚ ਵੋਟ ਦਿੰਦੀ ਹੈ, 47 ਕੀ ਚਾਹੇ ਉਹ ਜਿੰਨੀ ਦੇਰ ਮਰਜ਼ੀ ਦੇ ਦੇਣ, ਪਰੰਤੂ ਵੋਟ ਮੰਗਣ ਦਾ ਜਿਹੜਾ ਮੈਂ ਸਮਝਦਾ ਮੌਲਿਕ ਅਧਿਕਾਰ ਹੈ ਕਿਸੇ ਪਾਰਟੀ ਨੂੰ, ਉਹ ਜੇਕਰ 5 ਸਾਲ ਸੱਤਾ 'ਚ ਰਹੀ ਹੈ, 10 ਸਾਲ ਤਾਂ ਜ਼ਿਆਦਾ ਨੇ, ਜੇ 5 ਸਾਲ ਸੱਤਾ 'ਚ ਰਹੀ ਹੈ
ਤਾਂ ਉਹ ਆਪਣੀ ਸੱਤਾ ਦੇ ਕੰਮ ਗਿਣਾਏ ਕਿ ਅਸੀਂ ਇਹ 5 ਸਾਲਾਂ 'ਚ ਇੰਨਾ ਕੰਮ ਕੀਤਾ ਹੈ, ਇਸ ਕਰਕੇ ਸਾਡਾ ਹੱਕ ਬਣਦਾ ਹੈ, ਸਾਨੂੰ ਹੋਰ ਜਿਹੜਾ ਸਾਡੇ ਵਿੱਚ ਵਿਸ਼ਵਾਸ ਹੈ, ਜਨਤਾ ਜਿਤਾਵੇ ਤੇ ਉਹ ਵੋਟ ਪਾਵੇ। ਲੇਕਿਨ 47 ਤੱਕ ਕਹਿਣਾ ਕਿ ਸਾਡਾ ਪਲਾਨ ਇਹ ਹੈ ਜੀ, ਫਿਰ ਤਾਂ ਇਹ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਪਲਾਨ ਏਦਾਂ, ਜਾਂ ਇਹਦੇ ਵਿੱਚ ਕੋਈ ਕੋਰਟ ਦੇ ਵਿੱਚ ਕੋਈ ਨਿਯਮ ਸੰਵਿਧਾਨ ਦੇ ਵਿੱਚ ਸੋਧ ਕਰ ਦੇਣ ਕਿ 5 ਸਾਲ ਦੇ ਵਿੱਚ ਜੇਕਰ ਉਹ ਨਹੀਂ ਪੂਰੇ ਕਰਦੇ ਤਾਂ ਆਪਣੇ ਆਪ ਰਿਜ਼ਾਈਨ ਕਰਨਾ ਪਵੇ ਉਹਨਾਂ ਨੂੰ। ਸੋ ਇਹ ਕੋਈ ਮੈਨੂੰ ਅੱਛਾ ਵਾਅਦਾ ਨਹੀਂ ਲੱਗਦਾ ਕਿ 47 ਦੀ ਹੱਦ ਤੱਕ ਦੀ ਆਪਾਂ ਪਲਾਨ ਕਰੋ। ਹਾਂ, ਪਾਰਟੀ ਦਾ ਅਧਿਕਾਰ ਹੈ, ਪਾਰਟੀ ਜੋ ਮਰਜ਼ੀ ਪਲਾਨ ਕਰੇ, ਚਾਹੇ ਉਹ 3000 ਤੱਕ ਪਲਾਨ ਕਰੇ, ਉਹਦਾ ਅਧਿਕਾਰ ਹੈ। ਪਰੰਤੂ ਜਨਤਾ ਨੂੰ ਇਹ ਕਹਿਣਾ ਕਿ ਅਸੀਂ ਸਾਡੀ ਪਲਾਨ 47 ਤੱਕ ਦੀ ਇਹ ਹੈ, ਪਰੰਤੂ ਉਹ ਪਲਾਨ ਅੰਕੜਿਆਂ ਦੇ ਵਿੱਚ ਦੱਸਣ ਨਾ ਕਿ ਉਹ ਕੀ ਪਲਾਨ ਹੈ। ਕੀ ਉਹ ਇਹੀ ਪਲਾਨ ਹੈ ਕਿ ਹਿੰਦੂ ਰਾਸ਼ਟਰ ਬਣਾਇਆ ਜਾਏਗਾ? ਕੀ ਉਹ ਇਹੀ ਪਲਾਨ ਹੈ ਕਿ ਮੰਦਿਰ ਹੋਰ ਬਣਾਏ ਜਾਣਗੇ? ਕੀ ਉਹ ਇਹ ਪਲਾਨ ਉਹਦੇ ਵਿੱਚ ਹੈ ਕਿਤੇ ਕਿ ਮਹਿੰਗਾਈ ਘੱਟ ਹੋਏਗੀ? ਜਾਂ ਜਿਹੜਾ ਪਹਿਲਾ ਵਾਅਦਾ ਕੀਤਾ ਸੀ ਕਿ ਇੰਨੇ ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਉਹਦੀ ਕੋਈ ਸਬ ਪਲਾਨ ਉਹਦੇ ਵਿੱਚ ਹੈ? ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਝ ਲੋਕਾਂ ਨੂੰ ਭਰਮਾਉਣ ਲਈ ਇੱਕੋ ਗੱਲ ਤੇ ਜਿਹੜੀਆਂ ਸਾਡੀਆਂ ਧਾਰਮਿਕ ਤੇ ਭਾਵਨਾਤਮਕ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਭੜਕਾ ਕੇ, ਬਹੁ ਗਿਣਤੀ ਨੂੰ ਆਪਣੇ ਹੱਕ ਵਿੱਚ ਕਰਕੇ, ਘੱਟ ਗਿਣਤੀ ਤੇ ਪ੍ਰੈਸ਼ਰ ਬਣਾ ਕੇ ਕਿ ਉਹ ਇੱਕ ਪੋਲ ਤੇ ਇਕੱਠਾ ਹੋਣ, ਮਤਲਬ ਕਿਸੇ ਇੱਕ ਫਿਰਕੇ ਨੂੰ ਗਾਲਾਂ ਕੱਢ ਕੇ, ਇੱਕ ਫਿਰਕੇ ਬਾਰੇ ਬੁਰਾ ਬੋਲ ਕੇ, ਜਦੋਂ ਫਿਰਕਾ ਇੱਕ ਪੋਲ ਤੇ ਇਕੱਠਾ ਹੁੰਦਾ ਆਟੋਮੈਟਿਕਲੀ ਦੂਜਾ ਫਿਰਕਾ ਦੂਜੇ ਪੋਲ ਤੇ ਇਕੱਠਾ ਹੋ ਜਾਂਦਾ ਹੈ। ਇਸ ਗੱਲ ਦਾ ਫਾਇਦਾ ਮੈਨੂੰ ਇਹ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਲੈ ਰਹੀ ਹੈ, ਅਤੇ ਪਿਛਲੇ ਸਮਿਆਂ ਦੇ ਵਿੱਚ ਹੋਰ ਪਾਰਟੀਆਂ ਨੇ ਵੀ ਲਿਆ। ਮੈਂ ਇਹ ਨਹੀਂ ਕਹਿੰਦਾ ਇਹ ਇਕੱਲਾ ਲੈ ਰਹੀ ਹੈ, ਕਾਂਗਰਸ ਨੇ ਵੀ ਇਸ ਤਰ੍ਹਾਂ ਦੀਆਂ ਗੇਮਸ ਕਈ ਵਾਰੀ ਖੇਡੀਆਂ ਨੇ, ਪਰੰਤੂ ਇਹ ਨੰਗੇ ਚਿੱਟੇ ਇਸ ਗੱਲ ਤੇ ਆ ਗਏ ਨੇ ਕਿ ਹਰ ਕੀਮਤ ਤੇ ਸਾਨੂੰ ਸੱਤਾ ਚਾਹੀਦਾ ਹੈ। ਪਿਛਲੇ ਸਮਿਆਂ ਦੇ ਵਿੱਚ ਸਰਕਾਰ ਕਰਦੀ ਇਹੀ ਕੁਛ ਸੀ, ਪਰੰਤੂ ਫਿਰ ਵੀ ਉਹਨਾਂ ਦਾ ਇੱਕ ਮਖੌਟਾ ਪਾਇਆ ਹੁੰਦਾ ਸੀ ਕਿ ਮਖੌਟਾ ਹੋਰ ਕੋਈ ਪਾਇਆ ਹੁੰਦਾ ਸੀ, ਪਰੰਤੂ ਕੰਮ ਕੁਛ ਹੋਰ ਕਰਦੀ ਸੀ। ਪਰੰਤੂ ਇਹ ਸਰਕਾਰ ਨੇ ਮਖੌਟਾ ਉਤਾਰ ਕੇ ਬਿਲਕੁਲ ਨੰਗੇ ਚਿੱਟੇ ਰੂਪ ਚ ਉਸ ਤਰ੍ਹਾਂ ਆ ਗਈ ਹੈ, ਜਿਹਨੂੰ ਪੰਜਾਬੀ ਚ ਉਹ ਸ਼ਬਦ ਬੋਲਣੇ ਔਖੇ ਲੱਗਦੇ ਨੇ। ਆਪਾਂ ਕਈ ਵਾਰੀ ਕਹਿੰਦੇ ਆ ਨਾ ਕਿ ਬੇਸ਼ਰਮੀ ਦੇ ਪੱਧਰ ਤੇ ਆ ਗਏ ਨੇ, ਉਹ ਸ਼ਬਦ ਮੈਨੂੰ ਨਹੀਂ ਲੱਗਦਾ ਵੀ ਸੱਭਿਅਕ ਨੇ। ਉਹ ਕਹਿਣ ਦੀ ਬਜਾਏ ਮੈਂ ਇਹ ਕਹੂੰਗਾ ਕਿ ਮੁਖੱਟਾ ਉਤਾਰ ਕੇ ਨੰਗੇ ਚਿੱਟੇ ਰੂਪ ਚ ਪਬਲਿਕ ਨੂੰ ਇਹ ਦੱਸ ਰਹੇ ਨੇ ਕਿ ਅਸੀਂ ਤਾਂ ਇਹੀ ਕੁਝ ਕਰਨਾ ਹੈ, ਜਿਹੜਾ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਚ ਪਬਲਿਕ ਸੋਚੇਗੀ ਕਰਨ ਦੇਣਾ ਹੈ ਕਿ ਨਹੀਂ ਕਰਨ ਦੇਣਾ। ਆਪਦੇ ਵਾਅਦੇ ਤੁਸੀਂ 47 ਤੱਕ ਜਾਂ 3000 ਤੱਕ ਜਦੋਂ ਤੱਕ ਮਰਜ਼ੀ ਪਲਾਨ ਕਰ ਸਕਦੇ ਹੋ, ਪਰ ਇਹ ਜਨਤਾ ਤੈਅ ਕਰੇਗੀ ਕਿ ਅਗਲੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਕਿਹਨੂੰ ਦੇਣਾ ਹੈ ਜਾਂ ਉਹ ਕਿਸ ਤੇ ਵਿਸ਼ਵਾਸ ਕਰਦੇ ਨੇ। ਜੀ, ਇੱਕ ਗੱਲ ਹੈ ਪ੍ਰੋਫੈਸਰ ਸਾਹਿਬ ਕਿ ਬੀਜੇਪੀ ਤੋਂ ਇਹ ਤਵੱਕੋ ਕਰਨੀ ਉਹ ਕਿਸੇ ਖਾਸ ਕਮਿਊਨਿਟੀ ਦੇ ਲਈ, ਭਾਵੇਂ ਉਹ ਘੱਟ ਗਿਣਤੀ ਦੇ ਵਿੱਚ ਹੈ, ਉਹਦੇ ਲਈ ਕੁਝ ਉਸ ਤਰੀਕੇ ਦਾ ਏਜੰਡਾ ਜਾਂ ਉਸ ਤਰੀਕੇ ਦੀ ਸੋਚ ਰੱਖਦੀ ਹੈ। ਜਿਵੇਂ ਹੁਣ ਇਹ ਤਾਂ ਸਪਸ਼ਟ ਹੀ ਆ ਕਿ ਮੁਸਲਿਮ ਤੇ ਸਿੱਖ ਭਾਈਚਾਰਾ ਜਾਂ ਹੋਰ ਜਿੰਨੀਆਂ ਘੱਟ ਗਿਣਤੀਆਂ ਉਹਨਾਂ ਨੂੰ ਲੈ ਕੇ ਬੀਜੇਪੀ ਦਾ ਏਜੰਡਾ ਜਿਹੜਾ ਉਹਨਾਂ ਦੇ ਲਈ ਉਹ ਸਿੱਧੀ ਆ, ਉਹਨਾਂ ਨੇ ਜੋ ਕਰਨਾ ਉਹ ਕਰਕੇ ਰਹਿਣਾ, ਜੋ ਹੁਣ ਤੱਕ ਕੀਤਾ ਉਹ ਸਭ ਨੂੰ ਪਤਾ ਹੀ ਆ। ਪਰ ਫਿਰ ਵੀ ਇੱਕ ਤਵੱਕੋ, ਜਿਵੇਂ ਸਿੱਖ ਜਿਹੜਾ ਭਾਈਚਾਰਾ ਉਹਦੇ ਵਿੱਚ ਤਵੱਕੋ ਕੀਤੀ ਜਾਂਦੀ ਹੈ ਕਿ ਜੀ ਸ਼ਾਇਦ ਹੁਣ ਕੇਂਦਰੀ ਮੰਤਰੀ ਮੰਡਲ ਦੇ ਚਿਹਰੇ ਬਦਲ ਦਿੱਤੇ ਜਾਣਗੇ, ਕਿਸੇ ਸਿੱਖ ਨੂੰ ਕੋਈ ਵੱਡਾ ਅਹੁਦਾ ਦੇ ਦਿੱਤਾ ਜਾਏਗਾ ਸ਼ਾਇਦ ਸਿੱਖਾਂ ਨੂੰ ਖੁਸ਼ ਕਰਨ ਦੇ ਲਈ। ਹਾਲਾਂਕਿ ਹਰਦੀਪ ਪੁਰੀ ਕੈਬਨਿਟ ਦੇ ਵਿੱਚ ਹੈਗੇ ਨੇ, ਪਰ ਫਿਰ ਵੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਸਿੱਖਾਂ ਦੇ ਹੋਰ ਬਹੁਤ ਮਸਲੇ ਨੇ ਜਾਂ ਪੰਜਾਬ ਸੈਂਟਰਿਕ ਬਹੁਤ ਮਸਲੇ ਨੇ, ਕੀ ਸਿਰਫ ਇੰਨੇ ਦੇ ਨਾਲ ਹੀ ਸਿੱਖ ਮਸਲਿਆਂ ਦਾ ਹੱਲ ਹੁੰਦਾ? ਜੇ ਹੁੰਦਾ ਤਾਂ ਮੁਸਲਿਮ ਭਾਈਚਾਰੇ ਦੇ ਬਹੁਤ ਵੱਡੇ ਚਿਹਰੇ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਕੇਂਦਰੀ ਕੈਬਨਿਟ ਤੋਂ ਲੈ ਕੇ ਜੰਮੂ ਕਸ਼ਮੀਰ, ਜਿਵੇਂ ਗੁਲਾਮ ਨਬੀ ਆਜ਼ਾਦ ਵਰਗਿਆਂ ਨੇ ਕਾਂਗਰਸ ਨੂੰ ਛੱਡਿਆ, ਤਾਂ ਉਹ ਸਾਰਾ ਕੁਝ ਸਭ ਦੇ ਸਾਹਮਣੇ ਆ ਕਿ ਉਹਨਾਂ ਨੇ ਕੀ ਖੱਟਿਆ। ਕੀ ਸਿਰਫ ਇੱਥੋਂ ਤੱਕ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਆਸ ਰੱਖਣੀ ਚਾਹੀਦੀ ਹੈ ਕਿ ਅਸੀਂ ਕੇਂਦਰੀ ਕੈਬਨਿਟ ਦੇ ਵਿੱਚ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਵੀ ਰਹੇ ਨੇ, ਤਾਂ ਫਿਰ ਕੀ ਬਣਿਆ ਪੰਜਾਬ ਦੇ ਮਸਲਿਆਂ ਦਾ? ਇਹੀ ਸਵਾਲ ਜਿਹੜਾ ਕੋਈ ਨਵਾਂ ਚਿਹਰਾ ਆਏਗਾ ਉਹ ਤੇ ਵੀ ਉੱਠਦਾ ਹੈ। ਇਹੀ ਬੀਜੇਪੀ ਦੀ ਨੀਤੀ ਦੇ ਉੱਤੇ ਉੱਠਦਾ ਕਿ ਤੁਸੀਂ ਸਿੱਖ ਮਸਲਿਆਂ ਨੂੰ ਲੈ ਕੇ ਕਿੱਦਾਂ ਦੇਖਦੇ ਹੋ? ਜੇ ਬੰਦੀ ਸਿੰਘਾਂ ਦੀ ਰਿਹਾਈ ਆ ਜਾਂ ਹੋਰ ਪੰਜਾਬ ਦੇ ਚੰਡੀਗੜ੍ਹ ਦਾ ਮੁੱਦਾ ਹੈ ਜਾਂ ਪਾਣੀਆਂ ਦਾ ਮੁੱਦਾ ਹੈ, ਉਹਨੂੰ ਲੈ ਕੇ ਤੁਹਾਡੀ ਨੀਤੀ ਕੀ ਹੈ? ਜੇ ਤਾਂ ਤੁਹਾਡੀ ਉਹੀ ਨੀਤੀ ਹੈ ਕਿ ਤੁਹਾਡਾ ਜੋ ਏਜੰਡਾ ਤੁਸੀਂ ਉੱਤੇ ਸਪਸ਼ਟ ਹੋ, ਫਿਰ ਤਾਂ ਇਹੀ ਗੱਲ ਹੈ ਕਿ ਬੁੱਤਾ ਸਾਰਨ ਦੀ ਗੱਲ ਹੈ, ਜਿਹਨੂੰ ਮਰਜ਼ੀ ਬਣਾ ਕੇ ਉੱਤੇ ਬਿਠਾ ਲੈਣ। ਮੈਂ ਫਿਰ ਦੁਬਾਰਾ ਕਹਿਣਾ ਕਿ ਬੀਜੇਪੀ ਦਾ ਇਹ ਸਪਸ਼ਟ ਹੈ ਕਿ ਉਹ ਬਹੁ ਗਿਣਤੀ ਦੀਆਂ ਵੋਟਾਂ ਲੈਣ ਲਈ ਘੱਟ ਗਿਣਤੀਆਂ ਨੂੰ ਇਸ ਤਰ੍ਹਾਂ ਵਿਵਹਾਰ ਕਰਦੀ ਹੈ ਕਿ ਬਹੁ ਗਿਣਤੀ ਉਹਨਾਂ ਦੇ ਹੱਥ ਵਿੱਚ ਰਵੇ। ਸਿੱਖਾਂ ਨਾਲ ਬੀਜੇਪੀ ਦਾ ਕੋਈ ਪਿਆਰ ਨਹੀਂ, ਸਿਰਫ ਤੇ ਸਿਰਫ ਦਿਖਾਉਣ ਲਈ ਇਹ ਬੀਜੇਪੀ ਦੀ ਮਜਬੂਰੀ ਹੈ ਕਿ ਉਹਨਾਂ ਦੇ ਜਿਹੜਾ ਦੋਸ਼ ਲੱਗਦਾ ਹੈ ਕਿ ਇਹ ਘੱਟ ਗਿਣਤੀਆਂ ਦੇ ਵਿਰੋਧੀ ਨੇ, ਉਹ ਇਸ ਕਰਕੇ ਜ਼ਰੂਰ ਬੀਜੇਪੀ ਚਾਹੇਗੀ
ਕਿ ਇੱਕ ਏਦਾਂ ਦਾ ਮੇਜ਼ ਬਣਾਇਆ ਜਾਵੇ, ਦੋ ਸਿੱਖ ਚਿਹਰੇ, ਇੱਕ ਸਿੱਖ ਚਿਹਰਾ ਕੋਈ ਪਾਪੂਲਰ ਸਿੱਖ ਚਿਹਰਾ, ਕਿਉਂਕਿ ਹਰਦੀਪ ਪੁਰੀ ਬਹੁਤ ਪਾਪੂਲਰ ਸਿੱਖ ਚਿਹਰਾ ਨਹੀਂ ਹੈਗੇ। ਉਹ ਚਾਹੁੰਗੇ ਕਿ ਕੋਈ ਪਾਪੂਲਰ ਸਿੱਖ ਚਿਹਰਾ ਲੈ ਕੇ ਆਂਦਾ ਜਾਵੇ, ਜਿਹਦੇ ਨਾਲ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਇਹ ਕਹਿ ਸਕੀਏ ਕਿ ਜੇਕਰ ਵਾਕਈ ਬੀਜੇਪੀ ਘੱਟ ਗਿਣਤੀਆਂ ਦੇ ਖਿਲਾਫ ਹੋਵੇ ਤਾਂ ਅਸੀਂ ਸਿੱਖਾਂ ਬਾਰੇ ਕਹਿ ਸਕਦੇ ਹਾਂ ਕਿ ਅਸੀਂ ਉਹਨਾਂ ਦੇ ਖਿਲਾਫ ਨਹੀਂ। ਜਿਹੜੀਆਂ ਦੂਜੀਆਂ ਦੋ ਕਮਿਊਨਿਟੀਜ਼ ਨੇ, ਕ੍ਰਿਸਚੀਅਨ ਤੇ ਮੁਸਲਮਾਨਾਂ ਬਾਰੇ, ਉਹ ਪਬਲਿਕਲੀ ਕਹਿੰਦੇ ਨੇ, ਮੁਸਲਿਮ ਸਮਾਜ ਬਾਰੇ ਤਾਂ ਪਬਲਿਕਲੀ ਕਹਿੰਦੇ ਨੇ ਕਿ ਸਾਨੂੰ ਮੁਸਲਿਮ ਦੀ ਵੋਟ ਦੀ ਜ਼ਰੂਰਤ ਨਹੀਂ ਹੈ। ਜਦੋਂ ਇਹ ਗੱਲ ਕਹਿੰਦੇ ਨੇ ਤਾਂ ਇਹ ਉਹਨਾਂ ਦੀ ਰਣਨੀਤੀ ਹੈ ਕਿ ਜਦੋਂ ਅਸੀਂ ਉਸ ਸਮਾਜ ਦੇ ਖਿਲਾਫ ਏਦਾਂ ਬੋਲਾਂਗੇ ਤਾਂ ਆਟੋਮੈਟਿਕਲੀ ਬਹੁਗਿਣਤੀ ਸਮਾਜ ਦੀ ਜਿਹੜੀ ਵੋਟ ਹੈ ਉਹ ਆਪਣੇ ਆਪ ਸਾਡੀ ਝੋਲੀ ਚ ਆ ਪਏਗੀ। ਇਸ ਕਰਕੇ ਪਰੰਤੂ ਜਦੋਂ ਅੰਤਰਰਾਸ਼ਟਰੀ ਸਮਾਜ ਦੇ ਵਿੱਚ ਪਿੱਛੇ ਆਪਾਂ ਹੁਣ ਦੇਖਿਆ ਜੋ ਕੁਝ ਉਹ ਪੱਤਰਕਾਰ ਨੇ ਸਵਾਲ ਪੁੱਛਣ ਦੇ ਜੋ ਕੁਝ ਵਾਪਰਿਆ ਜਾਂ ਜੋ ਖਿੱਲੀ ਉਡੀ, ਉਹ ਇਸ ਕਰਕੇ ਇਹ ਦਿਖਾਉਣਾ ਚਾਹੁੰਦੇ ਨੇ, ਸ਼ਾਇਦ ਦਿਖਾਉਣ ਵੀ ਕਿ ਇਹ ਲੱਗੇ ਕਿ ਸਿੱਖ ਇੱਕ ਛੋਟੀ ਜਿਹੀ ਸਟੇਟ ਹੈ ਪੰਜਾਬ, ਜਿੱਥੇ ਉਹਨਾਂ ਦੀ ਗਿਣਤੀ ਹੈ, ਕਿ ਉਹਨਾਂ ਨੂੰ ਥੋੜਾ ਜਿਹਾ ਚਿਹਰਾ ਮੋਹਰਾ ਦਿਖਾ ਕੇ ਉਹਨਾਂ ਦਾ ਅਸੀਂ ਮਾਰਕੀਟਿੰਗ ਕਰ ਸਕੀਏ ਕਿ ਦੇਖੋ ਅਸੀਂ ਘੱਟ ਗਿਣਤੀਆਂ ਦੇ ਖਿਲਾਫ ਨਹੀਂ। ਇਸ ਲਈ ਇਹਨੂੰ ਇਹ ਸਮਝ ਲੈਣਾ ਕਿ ਦੋ ਸਿੱਖ ਚਿਹਰੇ ਜੇਕਰ ਮੰਤਰੀ ਪ੍ਰੀਸ਼ਦ ਦੇ ਵਿੱਚ ਆ ਜਾਂਦੇ ਨੇ ਤਾਂ ਬੀਜੇਪੀ ਸਿੱਖਾਂ ਦੀ ਪੱਖੀ ਹੋ ਗਈ, ਐਦਾਂ ਦੀ ਗੱਲ ਨਹੀਂ ਹੈ। ਹਾਂ, ਇਹ ਸੱਚ ਹੈ ਕਿ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਮਿਲ ਜਾਂਦੇ ਨੇ ਜਿਹੜੇ ਉਹ ਸਹੁੰ ਚੁੱਕਣ ਲਈ ਬਹੁਤ ਕਾਲੇ ਨੇ, ਜਿਹੜੇ ਆਪਾਂ ਇਹ ਕਹਿ ਲਈਏ ਕਿ ਆਪਣੇ ਜਾਤੀ ਹਿੱਤਾਂ ਲਈ, ਕਮਿਊਨਿਟੀ ਦੇ ਹਿੱਤਾਂ ਨੂੰ ਕੱਖ ਨਹੀਂ ਸਮਝਦੇ। ਇਸ ਤਰ੍ਹਾਂ ਦੇ ਲੋਕ ਉਹਨਾਂ ਨੂੰ ਮਿਲ ਜਾਣਗੇ ਤੇ ਉਹ ਉਹਨਾਂ ਵਿੱਚ ਸ਼ਾਮਲ ਵੀ ਹੋ ਜਾਣਗੇ, ਭਾਵੇਂ ਉਹਨਾਂ ਦੀ ਪਾਰਟੀ ਦੇ ਵਿੱਚ ਪਹਿਲਾਂ ਵੀ ਕੰਮ ਕਰ ਰਹੇ ਨੇ, ਪਰ ਪਹਿਲਾਂ ਪਾਰਟੀ ਦੇ ਵਿੱਚ ਜੋ ਕੰਮ ਕਰ ਰਹੇ ਨੇ ਉਹ ਇਸ ਲਈ ਉਹਨਾਂ ਨੂੰ ਲੱਗੇਗਾ ਕਿ ਕੋਈ ਵੱਡਾ ਚਿਹਰਾ ਜੇਕਰ ਅਸੀਂ ਖੜਾ ਕਰ ਦਈਏ ਉੱਥੇ ਜਿਹਦੀ ਸਿੱਖਾਂ ਵਿੱਚ ਅਪੀਲ ਹੋਵੇ ਤਦ ਉਹ ਜ਼ਿਆਦਾ ਬਿਹਤਰ ਰਹੇਗਾ। ਕਿਉਂਕਿ ਸਿੱਖ ਸਮਾਜ ਦੇ ਵਿੱਚ ਹਰਦੀਪ ਪੁਰੀ ਜੀ ਦੀ, ਭਾਵੇਂ ਉਹ, ਮੈਂ ਇੱਥੇ ਉਹਨਾਂ ਦੀ ਕੰਪੀਟੈਂਸ ਤੇ ਕੋਈ ਕੁਐਸਚਨ ਨਹੀਂ ਕਰਦਾ, ਪਰੰਤੂ ਐਜ ਸਿੱਖ ਚਿਹਰੇ ਦੇ ਤੌਰ ਤੇ ਉਹਨਾਂ ਨੂੰ ਕੋਈ ਬਹੁਤ ਵੱਡੀ ਮਾਨਤਾ ਨਹੀਂ ਮਿਲੀ। ਸਿੱਖ ਸਮਾਜ ਨੂੰ ਆਪਣੇ ਨਾਲ ਲਿਜਾਣ 'ਚ ਬਹੁਤ ਕਾਮਯਾਬ ਨਹੀਂ ਹੋਏ। ਥੋੜਾ ਬਹੁਤਾ ਸ਼ਹਿਰੀ ਲੋਕਾਂ ਨੂੰ ਦਿੱਲੀ ਵਗੈਰਾ 'ਚ ਇੱਕੜ ਦੁੱਕੜ ਤੋਂ ਪੱਟ ਕੇ ਉਹਨਾਂ ਨੇ ਜ਼ਰੂਰ ਦਿਖਾਇਆ ਕਿ ਅਸੀਂ ਸਿੱਖਾਂ ਦੇ ਵਿੱਚ ਸਾਡੀ ਭੱਲ ਹੈ, ਲੇਕਿਨ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਬਹੁਤ ਉਸ ਤਰ੍ਹਾਂ ਦਾ ਆਧਾਰ ਨਹੀਂ। ਸੋ ਇਹ ਦੋ ਕਾਰਨ ਨੇ ਜਿਹਦੇ ਕਰਕੇ ਬੀਜੇਪੀ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਸਿੱਖਾਂ ਨਾਲ ਬਣਾ ਕੇ ਇੱਕ ਇਸ ਤਰ੍ਹਾਂ ਦਾ ਜਿਹੜਾ ਪਰਸੈਪਸ਼ਨ ਬਣਾ ਕੇ ਕਿ ਦੇਖੋ ਜੇਕਰ ਅਸੀਂ ਮਾਈਨੋਰਿਟੀ ਕਮਿਊਨਿਟੀਜ਼ ਦੇ ਉਲਟ ਹੋਈਏ, ਘੱਟ ਗਿਣਤੀਆਂ ਦੇ ਉਲਟ ਹੋਈਏ, ਫਿਰ ਸਭ ਤੋਂ ਸਿੱਖ ਖੁਸ਼ ਕਿਉਂ ਨੇ। ਐਦਾਂ ਦਾ ਜ਼ਰੂਰ ਮੈਨੂੰ ਉਮੀਦ ਹੈ ਕਿ ਉਹ ਐਦਾਂ ਦਾ ਇੱਕ ਕਹਿ ਸਕਦੇ ਹੋ ਤੁਸੀਂ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰਨਗੇ ਜੀ ਬਿਲਕੁਲ। ਪੰਜਾਬ ਦੀ ਵੈਸੇ ਇੱਕ ਫਿਤਰਤ ਹੈ ਕਿ ਇਹ ਚੜਾਉਂਦੇ ਵੀ ਬਹੁਤ ਛੇਤੀ ਨੇ ਬੰਦੇ ਨੂੰ ਤੇ ਲਾਉਂਦੇ ਵੀ ਬਹੁਤ ਛੇਤੀ ਨੇ। ਜਦੋਂ ਪਰਖ ਲਿਆ ਜਾਂਦਾ ਨਾ ਕਿ ਉੱਪਰ ਜਾ ਕੇ ਉਹ ਪੰਜਾਬ ਦੇ ਮਸਲਿਆਂ ਦੇ ਪ੍ਰਤੀ ਕਿਹੋ ਜਿਹੀ ਸੋਚ ਰੱਖਦਾ, ਕਿੰਨੀ ਕੁ ਸੰਜੀਦਾ ਜਿਹੜੀ ਉਹ ਸਿਆਸਤ ਕਰਦਾ ਹੈ, ਤੇ ਜਦੋਂ ਫਿਰ ਇਹੋ ਜਿਹੀਆਂ ਕੋਈ ਖਬਰਾਂ ਸਾਹਮਣੇ ਆਉਂਦੀਆਂ ਕਿ ਤੁਸੀਂ ਜੀ ਚੰਡੀਗੜ੍ਹ ਦੇ ਮੁੱਦੇ ਤੇ ਕਿਸ ਤਰ੍ਹਾਂ ਦੀ ਸੋਚ ਰੱਖਦੇ ਹੋ, ਜਾਂ ਤੁਸੀਂ ਜਦੋਂ ਨੈਸ਼ਨਲ ਪੋਲਿਟਿਕਸ ਦੇ ਨਾਲ ਜੁੜ ਜਾਂਦੇ ਹੋ ਉਦੋਂ ਤੁਸੀਂ ਸੂਬੇ ਦੇ ਹਿੱਤਾਂ ਨੂੰ ਲੈ ਕੇ ਕਿਸ ਤਰ੍ਹਾਂ ਸੋਚਦੇ ਹੋ, ਇਹ ਆਪਣੇ ਆਪ 'ਚ ਬਹੁਤ ਤਰ੍ਹਾਂ ਦੇ ਸਵਾਲ ਉਦੋਂ ਆ ਕੇ ਖੜੇ ਹੋਣ ਲੱਗ ਜਾਂਦੇ ਨੇ ਕਿ ਇਹ ਲੀਡਰ ਜਿਹੜੇ ਨੇ ਉਹ ਨੈਸ਼ਨਲ ਪੋਲਿਟਿਕਸ 'ਚ ਜਾ ਕੇ ਕਿਸ ਤਰ੍ਹਾਂ ਦੇ ਹੋ ਜਾਂਦੇ ਨੇ। ਜੋ ਕੁਝ ਅਕਾਲੀ ਦਲ ਦੀ ਸਥਿਤੀ ਰਹੀ ਹੈ ਨੈਸ਼ਨਲ ਤੌਰ ਦੇ ਉੱਤੇ ਜਾ ਕੇ, ਭਾਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਇਹਨਾਂ ਨੂੰ ਲੋਕਾਂ ਦੇ ਦਬਾਅ ਤੋਂ ਬਾਅਦ ਵਾਪਸ ਹੋਣਾ ਪਿਆ। ਖੈਰ, ਮੈਂ ਸਰ ਇੱਥੇ ਸਵਾਲ ਜੋੜਨ ਲੱਗਿਆ ਕਿ ਐਸਸੀਓ ਦੀ ਮੀਟਿੰਗ ਹੋ ਰਹੀ ਹੈ, ਸ਼ੰਘਾਈ ਸਮੂਹ ਸੰਗਠਨ ਜਿਹੜਾ ਆ ਉਹਦੀ ਮੀਟਿੰਗ ਹੈ, ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਆਪਣਾ ਭਾਰਤ ਅਗਵਾਈ ਕਰ ਰਿਹਾ, ਪ੍ਰਧਾਨ ਮੰਤਰੀ ਮੋਦੀ ਹੋਣਗੇ ਤੇ ਚੀਨ ਦੇ ਰਾਸ਼ਟਰਪਤੀ ਜਾਂ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਵੀ ਸ਼ਾਮਲ ਹੋਣਗੇ, ਹੋਰ ਵੀ ਜਿਹੜੇ ਰੂਸ ਵਾਲੇ ਜਿਹੜੇ ਨੇ ਉਹ ਵੀ ਸ਼ਾਮਲ ਹੋਣਗੇ, ਵਲਾਦੀਮੀਰ ਪੁਤਿਨ। ਤਾਂ ਇਹਦੇ ਵਿੱਚ ਹੁਣ ਭਾਰਤ ਦੀ ਭੂਮਿਕਾ ਜਿਹੜੀ ਹੈ, ਜਦੋਂ ਇੱਥੇ ਗੱਲ ਆਉਂਦੀ ਹੈ ਕਿ ਖੇਤਰੀ ਸੁਰੱਖਿਆ ਦੇ ਉੱਤੇ ਵੀ ਚਰਚਾ ਹੋਣੀ ਹੈ ਤੇ ਸ਼ਾਇਦ ਹੋ ਸਕਦਾ ਹੈ ਕਿ ਵਪਾਰਕ ਸੰਬੰਧਾਂ ਨੂੰ ਲੈ ਕੇ ਕਿਸ ਤਰ੍ਹਾਂ ਅੱਗੇ ਵਧਾਉਣਾ ਉਹਦੇ ਉੱਤੇ ਵੀ ਚਰਚਾ ਹੋ ਸਕਦੀ ਹੈ। ਜਦੋਂ ਵਪਾਰਕ ਸੰਬੰਧਾਂ ਦੀ ਗੱਲ ਤੁਰਦੀ ਆ ਤਾਂ ਮੈਨੂੰ ਚੀਨ ਦੇ ਨਾਲ ਜਿਹੜੇ ਭਾਰਤ ਦੇ ਰਿਸ਼ਤੇ ਨੇ ਉਹਨਾਂ ਦਾ ਵੀ ਸਾਹਮਣੇ ਆਉਂਦਾ ਕਿ ਉੱਥੇ ਕੀ ਵਾਪਰ ਰਿਹਾ ਆ LAC ਦੇ ਉੱਤੇ, ਤੇ ਪਾਕਿਸਤਾਨ ਦੇ ਨਾਲ ਸਾਡਾ ਕਿਸ ਤਰ੍ਹਾਂ ਦਾ, ਪਾਕਿਸਤਾਨ ਦਾ ਰਵੱਈਆ ਜਾਂ ਸਾਡੀ ਸਰਕਾਰ ਦਾ ਰਵੱਈਆ ਆ, ਉੱਥੇ ਬਾਰਡਰ ਨਾ ਖੁੱਲਣਾ, ਪੰਜਾਬ ਦੇ ਅਰਥਚਾਰੇ ਨੂੰ ਉਹਦਾ ਨੁਕਸਾਨ ਹੋਣਾ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ। ਕਿ ਜਦੋਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਹਦੇ ਵਿੱਚ ਵਾਕਈ ਇਹਨਾਂ ਮਸਲਿਆਂ ਦੇ ਉੱਤੇ ਕੋਈ ਗੰਭੀਰਤਾ ਨਾਲ ਚਰਚਾ ਹੁੰਦੀ ਹੈ, ਜਾਂ ਫਿਰ ਇੱਕ ਮਤਲਬ ਕਿ ਰਵਾਇਤੀ ਮੀਟਿੰਗ ਹੋ ਕੇ ਨਿਬੜ ਜਾਂਦੀ ਹੈ ਕਿ ਹਾਂਜੀ ਚਰਚਾ ਹੋਈ ਸੀ?
ਜਿਹੜੀਆਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਨੇ ਸੁਖਵਿੰਦਰ, ਇਹ ਹੈ ਵੀ ਇਹ ਮੀਟਿੰਗਾਂ ਦੇ ਵਿੱਚ ਬਾਹਰ ਆ ਕੇ ਸਾਡੇ ਨੇਤਾ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਂਦੇ ਨੇ, ਪਰੰਤੂ ਇਹ ਮੀਟਿੰਗਾਂ ਇੱਕ ਵਿਸ਼ੇਸ਼ ਏਜੰਡੇ ਤੇ ਹੁੰਦੀਆਂ ਨੇ। ਔਰ ਜਿਹੜੇ ਇਹ ਸੰਗਠਨ ਨੇ ਇਹ ਬਣੇ ਵੀ ਇੱਕ ਵਿਸ਼ੇਸ਼ ਏਜੰਡੇ ਤੇ ਨੇ, ਜਿਹਦੇ ਵਿੱਚ ਇਹਨਾਂ ਨੇ ਆਪਣੇ ਬਾਕੀ ਸਾਰੇ ਕੰਟਰੀਜ਼ ਦੇ ਵਪਾਰਕ ਹਿੱਤਾਂ ਨੂੰ ਵਧਾਉਣ ਲਈ, ਉਹਨਾਂ ਦਾ ਪ੍ਰਸਾਰਾ ਕਰਨ ਲਈ ਉਸ ਤੇ ਵਿਚਾਰ ਕਰਨਾ ਹੁੰਦਾ ਹੈ ਕਿ ਹੋਰ ਇਸ ਨੂੰ ਹੋਰ ਵਧੀਆ ਕਿੱਦਾਂ ਬਣਾਇਆ ਜਾ ਸਕਦਾ ਹੈ। ਪਰੰਤੂ ਇੱਥੇ ਆ ਕੇ ਸਾਡੇ ਲੀਡਰ ਇਸ ਗੱਲ ਨੂੰ ਬਹੁਤ ਵਧਾ ਦਿੰਦੇ ਨੇ। ਔਰ ਇਸ ਸੰਗਠਨ ਦੇ ਵਿੱਚ ਇਹ ਕੋਈ ਅਜੇ ਹਾਲ ਦੀ ਘੜੀ ਇਸ ਕਿਸਮ ਨਾਲ ਪੋਲੀਟੀਕਲੀ ਬਹੁਤ ਫੇਮਸ ਸੰਗਠਨ ਨਹੀਂ ਹੈ। ਹਾਂ, ਆਰਥਿਕ ਤੌਰ ਤੇ ਵਪਾਰਕ ਤੌਰ ਤੇ ਇਸ ਦੀ ਕੰਟਰੀਬਿਊਸ਼ਨ, ਇਸ ਦੀ ਕੋਈ ਦੇਣ ਹੋ ਸਕਦੀ ਹੈ। ਇਸ ਦੇ ਵਿੱਚ ਇਹ ਹੈ ਵੀ ਸਾਰੇ ਲੀਡਰਾਂ ਨੇ ਵੀ ਸ਼ਾਮਲ ਨਹੀਂ ਹੋਣਾ। ਕੁਝ ਲੀਡਰਾਂ ਨੇ, ਮੈਂ ਕੱਲ ਹੀ ਪੜ੍ਹ ਰਿਹਾ ਸੀ ਮੀਡੀਆ ਦੇ ਵਿੱਚ ਕਿ ਕੁਝ ਲੀਡਰਾਂ ਨੇ ਤਾਂ ਇਸ ਤੇ ਵਰਚੁਅਲੀ ਸ਼ਾਮਲ ਹੋਣਾ ਹੈ, ਫੋਨ ਤੇ ਕਹਿ ਲਓ ਜਾਂ ਕਾਨਫਰੰਸ ਤੇ ਕਹਿ ਲਓ, ਵੀਡੀਓ ਕਾਨਫਰੰਸ ਤੇ। ਸੋ ਇਸ ਦੇ ਵਿੱਚ ਇਹ ਜ਼ਰੂਰ ਹੈ ਕਿ ਜੇਕਰ ਮੋਦੀ ਜੀ ਉੱਥੇ ਜਾਣਗੇ ਜਾਂ ਮੋਦੀ ਜੀ ਦੇ ਨੁਮਾਇੰਦੇ ਵੀ ਜਾਣਗੇ, ਮੁਲਕ ਵਿੱਚ ਇਹਨੂੰ ਬਹੁਤ ਵਧਾ ਚੜਾ ਕੇ ਦੱਸਣਾ ਹੈ। ਤੇ ਸਾਡੀ ਸਰਕਾਰ ਕੋਈ ਵੀ ਮੌਕਾ, ਚਾਹੇ ਉਹ ਵਪਾਰਕ ਖੇਤਰ ਦਾ ਹੋਵੇ, ਚਾਹੇ ਉਹ ਸਮਾਜਿਕ ਖੇਤਰ ਦਾ ਹੋਵੇ, ਕੋਈ ਵੀ ਮੌਕਾ ਇਹ ਖੁੰਝਣ ਨਹੀਂ ਦੇਗੀ ਕਿ ਉੱਥੇ ਵਿੱਚ ਇਸ ਤਰ੍ਹਾਂ ਦਾ ਨੈਰੇਟਿਵ ਸੈੱਟ ਕਰੇਗੀ ਕਿ ਦੇਖੋ ਜੀ ਪਾਕਿਸਤਾਨ ਵਾਲਿਆਂ ਨੂੰ ਉੱਥੇ ਇਹ ਕਿਹਾ ਤੇ ਅਸੀਂ ਇਹਨਾਂ ਨੂੰ ਇਹ ਕਿਹਾ। ਇਸ ਤੋਂ ਪਹਿਲਾਂ ਸਰਕਾਰ ਜਿਹੜੀ ਆਪਾਂ ਕਹਿੰਦੇ ਆ ਪਾਕਿਸਤਾਨ ਬਾਰੇ ਜੋ ਮਰਜ਼ੀ ਬੋਲੇ, ਰੂਸ ਦੇ ਮਸਲੇ ਦੇ ਵਿੱਚ ਸਾਡੀ ਸਰਕਾਰ ਨੇ ਹਲੇ ਕੋਈ ਬਹੁਤ ਜਿਹੜਾ ਉੱਥੇ ਜੰਗ ਉਹਨਾਂ ਦਾ ਚੱਲ ਰਿਹਾ ਉਹਦੇ ਬਾਰੇ ਸਾਡਾ ਕੋਈ ਬਹੁਤ ਸਪਸ਼ਟ ਸਟੈਂਡ ਨਹੀਂ। ਚਾਈਨਾ ਦੇ ਕਬਜ਼ੇ ਬਾਰੇ, ਚਾਈਨਾ ਦੇ ਇਸ਼ੂ ਬਾਰੇ, ਚਾਈਨਾ ਦੇ ਬਾਰਡਰ ਇਸ਼ੂਜ਼ ਬਾਰੇ ਜਿਹੜੇ ਸਾਡੇ ਉਹਨਾਂ ਨਾਲ ਪ੍ਰੋਬਲਮਸ ਨੇ, ਉਹਨਾਂ ਤੇ ਹਾਲੇ ਬੀਜੇਪੀ ਦਾ ਕੋਈ ਬਹੁਤ ਕਲੀਅਰ ਸਟੈਂਡ ਨਹੀਂ ਜਿਹੜੇ ਚ ਅਸੀਂ ਇਹ ਕਹੀਏ ਕਿ ਬੀਜੇਪੀ ਸਰਕਾਰ ਦੀ ਜਾਂ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਜੀ ਦੀ ਵੱਡੀ ਪ੍ਰਾਪਤੀ ਹੈ। ਹਾਂ, ਪਰੰਤੂ ਇਹ ਹੈ ਕਿ ਮੀਡੀਆ ਨੂੰ ਕੰਟਰੋਲ ਕਰਦੇ ਹੋਏ ਉਹ ਹੋ ਸਕਦਾ ਹੈ ਮੁਲਕ ਦੇ ਵਿੱਚ ਇਸ ਨੂੰ ਬਹੁਤ ਵੱਡਾ ਦਿਖਾਉਣ। ਜਿਵੇਂ ਪਹਿਲਾਂ ਵੀ ਇੱਕ ਸੰਸਥਾ ਦੇ ਜਿਹਦੇ ਮੁਖੀ ਨੇ ਪ੍ਰਧਾਨ ਮੰਤਰੀ ਜੀ, ਉਹ ਰੋਟੇਸ਼ਨ ਚ ਮੁਖੀ ਬਣਦਾ ਹੈ ਕੋਈ ਵੀ ਕੰਟਰੀ ਦਾ। ਉਹ ਚ ਕੋਈ ਵੀ ਬੰਦਾ ਪ੍ਰਧਾਨ ਮੰਤਰੀ ਹੁੰਦਾ ਤਾਂ ਉਹਨੇ ਮੁਖੀ ਬਣ ਜਾਣਾ ਸੀ ਉਹਦਾ। ਪਰੰਤੂ ਇਹ ਨੋ ਡਾਊਟ ਜੇਕਰ ਸਾਡੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੇ ਮੁਖੀ ਬਣਦੇ ਨੇ ਇਸ ਤਰ੍ਹਾਂ ਦੀ ਸੰਸਥਾ ਦੇ, ਇਹਦਾ ਸਤਿਕਾਰ ਤਾਂ ਮੁਲਕ ਨੂੰ ਮਿਲਦਾ ਹੈ। ਪਰੰਤੂ ਉਸ ਨੂੰ ਇੰਨਾ ਵਧਾ ਚੜਾ ਕੇ ਪੇਸ਼ ਕਰਨਾ ਕਿ ਇਹ ਮੋਦੀ ਜੀ ਦੀ ਬਹੁਤ ਵੱਡੀ ਪ੍ਰਾਪਤੀ ਹੈ, ਮੈਂ ਸਮਝਦਾ ਕਿ ਇਹ ਬਹੁਤ ਵੱਡੀ ਗੱਲ ਨਹੀਂ। ਉਹ ਰੋਟੇਸ਼ਨ ਚ ਕੋਈ ਵੀ ਪ੍ਰਧਾਨ ਮੰਤਰੀ ਹੁੰਦਾ ਉਹਨੇ ਉਸ ਸੰਸਥਾ ਦਾ ਮੁਖੀ ਬਣ ਜਾਣਾ ਸੀ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਇਸ ਸੰਸਥਾ ਦੇ ਵਿੱਚੋਂ ਵਪਾਰਕ ਤੌਰ ਤੇ ਕੋਈ ਪ੍ਰਾਪਤੀਆਂ ਹੋਣ, ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ, ਇਹ ਚੰਗਾ ਹੋਏਗਾ। ਪਰੰਤੂ ਮੈਨੂੰ ਸ਼ੱਕ ਹੈ ਕਿ ਇਹਨਾਂ ਪਿਛਲਾ ਕਿਰਦਾਰ ਦੇਖਦੇ ਹੋਏ ਸਰਕਾਰਾਂ ਦਾ ਕਿ ਇਹਨਾਂ ਨੇ ਹੋਰ ਕੋਈ ਗੱਲਾਂ ਨੂੰ ਜਿਹੜੀਆਂ ਅਸਲੀਅਤ ਨਹੀਂ ਹੁੰਦੀਆਂ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਤਾਂ ਪਤਾ ਨਹੀਂ ਕੀ ਬਣਦਾ ਹੈ, ਲੇਕਿਨ ਸਾਡੇ ਮੁਲਕ 'ਚ ਬਹੁਤ ਜ਼ਿਆਦਾ ਹਾਈਲਾਈਟ ਕਰਦੇ ਨੇ। ਜਿਵੇਂ ਪਿੱਛੇ ਅਮਰੀਕਾ ਦੇ ਦੌਰੇ ਦੀ ਗੱਲ ਹੋਈ ਹੈ, ਅੰਤਰਰਾਸ਼ਟਰੀ ਪੱਧਰ ਦੀ ਜਦੋਂ ਅਖਬਾਰ ਪੜ੍ਹਦੇ ਆ ਉੱਥੇ ਸਾਰਿਆਂ ਨੂੰ ਪਤਾ ਲੱਗਦਾ ਕਿ ਸਾਡੇ ਪ੍ਰਧਾਨ ਮੰਤਰੀ ਦੀ ਕਾਫੀ ਖਿੱਲੀ ਉੱਡੀ ਹੈ, ਪਰ ਇੱਥੇ ਜਾ ਕੇ ਦੱਸੀ ਜਾਂਦੇ ਨੇ ਕਿ ਉੱਥੇ ਜੀ ਬਹੁਤ ਵੱਡਾ ਸਵਾਗਤ ਹੋਇਆ, ਇੰਨੇ ਲੋਕ ਲੈਣ ਆਏ, ਜਦੋਂ ਕਿ ਅੰਤਰਰਾਸ਼ਟਰੀ ਮੀਡੀਆ ਵਿੱਚ ਦੇਖਦੇ ਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਵਾਪਰੀਆਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਮੰਚ ਦਾ ਇਸ ਤਰ੍ਹਾਂ ਦਾ ਫਾਇਦਾ ਸਰਕਾਰ, ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਜਿਹੜੇ ਹੋਰ ਮੰਤਰੀ ਉਠਾਉਣਗੇ ਤੇ ਜਨਤਾ ਨੂੰ ਗੁੰਮਰਾਹ ਕਰਨ ਵਿੱਚ ਹੋਰ ਕਾਮਯਾਬ ਰਹਿਣਗੇ, ਮੈਨੂੰ ਜੋ ਲੱਗਦਾ ਹੈ ਜੀ। ਪਰ ਦੂਜੇ ਜਿਹੜੀ ਸਿਆਸਤ ਚੱਲ ਰਹੀ ਹੈ ਵਿਰੋਧੀ ਧਿਰਾਂ ਦੇ ਵਿੱਚ, ਵੈਸੇ ਉਹ ਵੀ ਬਹੁਤ ਚਰਚਾ ਮੰਗਦੀ ਹੈ ਕਿ ਜਿਵੇਂ ਬਿਹਾਰ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਸਾਹਿਬ ਨਿਤਿਸ਼ ਕੁਮਾਰ ਨੂੰ ਕਿਸੇ ਵੇਲੇ ਵੀ ਅਸਤੀਫਾ ਦੇਣਾ ਪੈ ਸਕਦਾ, ਹੋ ਸਕਦਾ ਕਹਿੰਦੇ 2-4 ਦਿਨਾਂ ਨੂੰ ਅਸਤੀਫਾ ਦੇ ਹੀ ਦੇਣ, ਜਿਵੇਂ ਲਾਲੂ ਪਰਿਵਾਰ ਤੇ ਸ਼ਿਕੰਜਾ ਕੱਸਿਆ। ਉਧਰ ਮਹਾਰਾਸ਼ਟਰ ਵਾਲੇ ਕਹਿੰਦੇ ਉਹ ਵੀ ਸੁਪਰੀਮ ਕੋਰਟ ਦੁਆਰਾ ਪਹੁੰਚ ਗਏ ਕਿ ਰਾਜਪਾਲ ਸਾਹਿਬ ਨੇ ਜਿਹੜੇ ਇੱਥੇ ਨੇ ਵਿਧਾਇਕ ਨੇ ਜਿਹੜੇ ਦੂਜੇ ਏਕਨਾਥ ਸ਼ਿੰਦੇ ਹੋਰਾਂ ਨਾਲ ਗਏ ਨੇ, ਉਹਨਾਂ ਨੂੰ ਅਯੋਗ ਕਰਾਰ ਨਹੀਂ ਦਿੱਤਾ, ਇਸ ਕਰਕੇ ਉਹਨਾਂ ਨੇ ਸੁਪਰੀਮ ਕੋਰਟ ਦਾ ਫਿਰ ਦਰਵਾਜ਼ਾ ਖੜਕਾਤਾ। ਉਹ ਵੀ ਉਧਰ ਕਹਿੰਦੇ ਨੇ ਕਿ ਰੁਕ ਜਾਓ 3-4 ਮਹੀਨੇ, ਜੇ ਅਜੀਤ ਪਵਾਰ ਹੋਣੀ ਇੱਧਰ ਚਲੇ ਗਏ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਸ਼ਰਦ ਪਵਾਰ ਕਹਿੰਦੇ ਕਿ ਸਰਕਾਰ ਇਹ ਵੀ ਡਿੱਗਣ ਵਾਲੀ ਹੈ, ਇਹ ਵੀ ਡਿੱਗੂ ਵਾਲਾ ਕੰਮ ਹੈ, ਇਹ ਵੀ ਕਰ ਲੈਣ ਜਿਹੜਾ ਚਾਅ ਪੂਰਾ ਕਰਨਾ। ਤਾਂ ਇੱਥੇ ਸਵਾਲ ਉਹੀ ਫਿਰ ਬੀਜੇਪੀ ਦੀ ਸਿਆਸਤ ਤੇ ਕਿ ਸੰਨਮਾਰੀ ਵਾਲੀ ਸਿਆਸਤ, ਜਿੱਥੇ ਤੁਸੀਂ ਬਹੁਮਤ ਚੋਂ ਯੂਪੀ ਚੋਂ ਉੱਥੇ ਵੀ ਇਹੋ ਜਿਹੀ ਹਾਲ ਨੇ, ਤੇ ਜਿੱਥੇ ਤੁਸੀਂ ਨਹੀਂ ਹੋ ਉੱਥੇ ਵੀ ਇਹੋ ਜਿਹੇ ਹਾਲ ਨੇ, ਤੇ ਕੱਲ ਨੂੰ ਹਰਿਆਣੇ ਵਾਲਿਆਂ ਨਾਲ ਕੀ ਬਣੂਗੀ। ਇੱਥੇ ਵੀ ਜੇਜੇਪੀ ਵਾਲੇ ਖੱਟਰ ਸਾਹਿਬ ਦੇ ਨਾਲ ਨੇ, 10 ਨੇ, ਪਰ ਫਿਰ ਵੀ ਉਹਨਾਂ ਨੂੰ ਵੀ ਆਪਣੀ ਫਿਕਰ ਸਤਾ ਰਿਹਾ ਹੋਣਾ ਕਿ ਅੱਗੇ ਜਦੋਂ ਚੋਣਾਂ ਹੋਣੀਆਂ ਤਾਂ ਉੱਥੇ ਕਿੱਦਾਂ ਦੇ ਨਤੀਜੇ ਹੋਣਗੇ। ਜੇ ਇਸੇ ਤਰ੍ਹਾਂ ਮੁੱਖ ਮੰਤਰੀ ਜਾਂ ਬਣੀ ਬਣਾਈ ਸਰਕਾਰ ਟੁੱਟ ਭੱਜ ਹੋ ਜਾਂਦੀ ਹੈ ਤਾਂ ਲੋਕਾਂ ਦੇ ਵੀ ਬੜੇ ਸਾਰੇ ਸਵਾਲ ਹੁੰਦੇ ਨੇ ਕਿ ਅਸੀਂ ਵੋਟ ਪਾਉਣੇ ਕਿਹਨੂੰ ਆ ਤੇ ਪੈ ਕਿਹਨੂੰ ਜਾਂਦੀ ਹੈ। ਸੁਖਵਿੰਦਰ ਜੀ, ਤੁਸੀਂ ਦੇਖਿਆ ਹੋਏਗਾ
ਇਹ ਕਾਂਗਰਸ ਵਿੱਚ ਵੀ ਜਦੋਂ ਆਪਾਂ ਐਮਰਜੈਂਸੀ ਦੀ ਗੱਲ ਕਰਦੇ ਆ, ਬੀਜੇਪੀ ਹੁਣੀ ਬਹੁਤ ਵੱਡੀ ਪੱਧਰ ਤੇ ਉਹਦੀ ਸੈਲੀਬ੍ਰੇਸ਼ਨ ਕਰਕੇ ਹਟ ਗਿਆ ਹੈ, ਜਾਂ ਇਹ ਕਹਿ ਲਓ ਆਪਣਾ ਪ੍ਰਚਾਰ ਦਾ ਇੱਕ ਉਹਨਾਂ ਨੇ ਵੀ ਤਰੀਕਾ ਕਾਂਗਰਸ ਨੂੰ ਭੰਡਣ ਦਾ ਲੱਭਿਆ ਸੀ। ਜਦੋਂ ਇਸ ਤਰ੍ਹਾਂ ਸਿਆਸਤ ਦੇ ਵਿੱਚ ਇਹ ਸਾਰਾ ਕੁਝ ਨਹੀਂ ਚੱਲਦਾ, ਜਦੋਂ ਬਾਹਰੋਂ ਆ ਕੇ ਸਿਆਸਤ ਦੇ ਵਿੱਚ ਹੋਰ ਪਾਰਟੀਆਂ ਦੇ ਵਿਅਕਤੀ ਆਉਣਗੇ ਜਿਨ੍ਹਾਂ ਦੀ ਆਈਡੀਓਲੋਜੀ ਮੈਚ ਨਹੀਂ ਕਰਦੀ, ਜੇ ਆਪਾਂ ਕਹੀਏ ਨਾ ਅਜੀਤ ਪਵਾਰ ਦੀ ਜਾਂ ਸ਼ਿੰਦੇ ਦੀ, ਉਹਨਾਂ ਦੀ ਆਈਡੀਓਲੋਜੀ ਪੂਰੀ ਤਰ੍ਹਾਂ ਬੀਜੇਪੀ ਨਾਲ ਮੈਚ ਨਹੀਂ ਕਰਦੀ, ਪਰੰਤੂ ਕਬਜ਼ਾ ਪਾਰਟੀ ਤੇ ਉਹਨਾਂ ਦਾ ਹੋ ਗਿਆ ਕਿ ਜਿਹੜੇ ਲੋਕ ਬੜੀ ਦੇਰ ਤੋਂ 40-40 50-50 ਸਾਲ ਤੋਂ ਇਸ ਆਈਡੀਓਲੋਜੀ ਨਾਲ ਜੁੜ ਕੇ 10ਵੀਂ ਤੋਂ ਮਤਲਬ ਡਿਕਰਾਂ ਪਾ ਕੇ ਉਹ ਸੰਗਠਨਾਂ 'ਚ ਜਾਂਦੇ ਰਹੇ ਨੇ, ਉਹ ਜਿਹੜੀ ਉਹਨਾਂ ਦੀ ਐਕਸਰਸਾਈਜ਼ ਲੱਗਦੀ ਹੈ, ਕਾਰਜਸ਼ਾਲਾ ਲੱਗਦੀ ਹੈ, ਉਹਦੇ ਵਿੱਚ ਜਾਂਦੇ ਰਹੇ ਨੇ, ਕਿ ਉਹ ਇਸ ਨੂੰ ਸਹਿਣ ਕਰਨਗੇ ਕਿ ਬਣੀ ਬਣਾਈ ਪਾਰਟੀ ਹੁਣ ਕਿਸੇ ਨੂੰ ਦੇ ਦਈਏ। ਇਹ ਵਕਤ ਦਾ ਪਤਾ ਉਦੋਂ ਚੱਲੇਗਾ ਜਦੋਂ ਅਸੈਂਬਲੀ ਦੀ ਇਲੈਕਸ਼ਨ ਆਉਣਗੀ। ਜਿਹੜੇ ਇਹਨਾਂ ਦੇ ਉੱਥੋਂ ਹਾਰੇ ਹੋਏ ਐਮਐਲਏ ਨੇ, ਜਦੋਂ ਇਹ ਐਮਐਲਏ ਨੂੰ ਟਿਕਟ ਦਿੱਤੀ ਜਾਏਗੀ ਕਿ ਉਹ ਇਹਨੂੰ ਟੋਲਰੇਟ ਕਰਨਗੇ, ਜਾਂ ਜਿਨ੍ਹਾਂ ਦੀ ਇਹਨਾਂ ਐਮਐਲਏਜ਼ ਦੀ ਜਿਨ੍ਹਾਂ ਦੀ ਟਿਕਟ ਕੱਟੀ ਜਾਏਗੀ ਕਿ ਉਹ ਟੋਲਰੇਟ ਕਰਨਗੇ। ਇਹ ਇੰਨਾ ਸੌਖਾ ਕੰਮ ਨਹੀਂ ਹੁੰਦਾ ਕਿ ਜਿਹੜਾ ਆਪਾਂ ਕਹਿੰਦੇ ਨਾ ਦੋ ਦਰਿਆਵਾਂ ਦਾ ਪਾਣੀ ਜਦੋਂ ਇਕੱਠਾ ਹੁੰਦਾ ਹੈ, ਕਈ ਥਾਵਾਂ ਤੇ ਸੰਗਮ 'ਚ ਮੈਂ ਵੀ ਦੇਖਿਆ ਕਿ ਅੱਧਾ ਨੀਲਾ ਅੱਧਾ ਚਿੱਟਾ, ਉਹ ਕਾਫੀ ਅੱਗੇ ਜਾ ਕੇ ਦਿਖਾਈ ਦਿੰਦਾ ਕਿ ਹੁਣ ਉਹ ਮਿਕਸ ਹੋ ਗਿਆ। ਇੰਨੀ ਜਲਦੀ ਉਹ ਸਾਰਾ ਕੁਝ ਮਿਕਸ ਨਹੀਂ ਹੁੰਦਾ। ਇਸ ਦੇ ਸਿੱਟੇ ਪੁੱਠੇ ਵੀ ਪੈ ਸਕਦੇ ਨੇ ਔਰ ਇਸ ਦੀ ਸੰਭਾਵਨਾ ਹੈ, ਪਰੰਤੂ ਇਹ ਹੈ ਕਿ ਬੀਜੇਪੀ ਨੂੰ ਇਹ ਲੱਗਦਾ ਹੈ ਜਦੋਂ ਕਿਸੇ ਦੀ ਮਾਨਸਿਕ ਤੌਰ ਤੇ ਥੋੜੀ ਜਿਹੀ ਚੜ੍ਹਾਈ ਹੁੰਦੀ ਹੈ, ਆਪੋਜੀਸ਼ਨ ਨੇ ਤਾਂ ਉਹਦੀ ਹਵਾ ਬਹੁਤ ਕੱਢਣ ਦੀ ਵਾਲ ਆਈ ਹੈ, ਬਾਰ-ਬਾਰ ਉਹਨਾਂ ਨੇ ਕਿਹਾ ਕਿ ਸਾਰੇ ਕਰਪਟ ਬੰਦੇ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਧੋ ਕੇ ਸਾਰੇ ਪਿਓਰ ਹੋ ਜਾਂਦੇ ਨੇ, ਔਰ ਇਸ ਗੱਲ ਦਾ ਬੀਜੇਪੀ ਦੇ ਜਿਹੜੇ ਪ੍ਰਵਕਤਾ ਨੇ ਥਾਂ-ਥਾਂ ਤੇ ਮਿਲਦੇ ਵੱਖ-ਵੱਖ ਚੈਨਲਾਂ ਤੇ, ਉਹਨਾਂ ਕੋਲ ਕੋਈ ਬੜਾ ਸੰਤੋਸ਼ਜਨਕ ਜਵਾਬ ਨਹੀਂ। ਸਿਰਫ ਇੱਕੋ ਹੀ ਗੱਲ ਕਹਿਣਗੇ ਕਿ ਅਸੀਂ ਕੋਈ ਕੇਸ ਵਾਪਸ ਨਹੀਂ ਲਿਆ ਜੀ ਕਿਸੇ ਦਾ, ਤੇ ਦੋਸ਼ ਸਾਬਤ ਹੋ ਜਾਏਗਾ ਉਦੋਂ ਦੇਖੀ ਜਾਏਗੀ। ਪਰੰਤੂ ਜੇ ਇਸ ਗੱਲ ਨੂੰ ਆਪਾਂ ਠੀਕ ਮੰਨ ਲਈਏ ਤੇ ਫਿਰ ਹਾਲੇ ਤੇ ਰਾਹੁਲ ਗਾਂਧੀ ਤੇ ਵੀ ਕੋਈ ਦੋਸ਼ ਉਸ ਤਰ੍ਹਾਂ ਦਾ ਇੱਕ ਨੂੰ ਛੱਡ ਕੇ, ਮਤਲਬ ਕਰਪਸ਼ਨ ਦੇ ਜਿਹੜੇ ਦੋਸ਼ ਲਾਏ ਸੀ ਉਹ ਕਾਂਗਰਸ ਤੇ ਵੀ ਕੋਈ ਸਾਬਤ ਨਹੀਂ ਹੋਏ, ਕੋਈ ਕਾਂਗਰਸ ਦੇ ਮੰਤਰੀਆਂ ਤੇ ਮਨਮੋਹਨ ਸਿੰਘ ਦੀ ਕੈਬਨਿਟ ਤੇ ਕੋਈ ਸਾਬਤ ਨਹੀਂ ਹੋਏ। ਫਿਰ ਉਹਨਾਂ ਬਾਰੇ ਇੰਨਾ ਪ੍ਰਚਾਰ ਕਿਉਂ ਕੀਤਾ ਜਾਂਦਾ ਹੈ? ਸੋ ਇਸ ਕਰਕੇ ਹੁਣ ਇਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਸਾਡੇ ਤੇ ਬਹੁਤ ਵੱਡੇ ਐਲੀਗੇਸ਼ਨ ਲੱਗਣਗੇ। ਮੈਨੂੰ ਇਹ ਲੱਗਦਾ ਹੈ ਕਿ ਨਿਤੀਸ਼ ਕੁਮਾਰ ਬਾਰੇ ਉਹਨਾਂ ਨੇ ਜ਼ਿਆਦਾ ਵੱਡਾ ਦਬਕਾ ਮਾਰਿਆ, ਉਹਦੇ ਵਿੱਚ ਮੈਨੂੰ ਕੋਈ ਗੱਲ ਹਾਲੇ ਲੱਗਦੀ ਨਹੀਂ। ਈਵਨ ਇਹਦੇ ਵਿੱਚ ਵੀ ਇਹ ਲੱਗ ਰਿਹਾ ਜਿੰਨਾ ਉਹ ਕਹਿ ਰਹੇ ਨੇ ਕਿ 41 ਐਮਐਲਏ ਆਏ ਨੇ, ਪਰੰਤੂ ਕੋਈ ਜਿਹੜੀ ਸੂਚੀ ਜਾਰੀ ਨਹੀਂ ਹੋ ਰਹੀ ਕਿ ਅਜੀਤ ਪਵਾਰ ਨਾਲ ਵਾਕਈ 41 ਐਮਐਲਏ ਆਏ ਨੇ ਜਾਂ ਕੀ ਸਿਚੁਏਸ਼ਨ। ਦੂਸਰਾ, ਇਸ ਤਰ੍ਹਾਂ ਦੀਆਂ ਜਿਹੜੀਆਂ ਕਾਨੂੰਨ ਸੀ ਜਿਹੜਾ ਆਪਣਾ, ਜਿਹਦੇ ਕਰਕੇ ਜਿਹੜਾ ਇਹ ਕਾਨੂੰਨ ਐਂਟੀ ਡਿਫੈਕਸ਼ਨ ਲਾ ਜਿਹਨੂੰ ਕਹਿੰਦੇ ਬਣਾਇਆ ਗਿਆ ਸੀ, ਉਸ ਦੀਆਂ ਇੰਨੀਆਂ ਧੱਜੀਆਂ ਉੱਡੀਆਂ ਨੇ। ਤੇ ਜੇਕਰ ਸਰਕਾਰਾਂ ਇਸ ਤਰ੍ਹਾਂ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਗੀਆਂ ਤੇ ਉਹ ਖੁਦ ਜ਼ਿੰਮੇਵਾਰ ਹੋਣਗੀਆਂ ਇਹਨਾਂ ਦੀ ਵਾਇਲੇਸ਼ਨ ਲਈ, ਤਾਂ ਇਹ ਔਖਾ ਕੰਮ ਹੈ। ਇਹਦੇ ਬਾਰੇ ਬੋਲਣਾ ਕੋਈ ਮੈਨੂੰ ਲੱਗਦਾ ਹੈ ਬੜਾ ਹੀ ਔਖਾ ਕੰਮ ਹੈ। ਹਾਂ, ਇਹ ਜ਼ਰੂਰ ਹੈ ਕਿ ਸਰਕਾਰ ਨੇ ਇੱਕ ਅਣਐਲਾਨੀ ਐਮਰਜੈਂਸੀ ਲਾਈ ਹੋਈ ਹੈ, ਇਹਦੇ ਬਾਰੇ ਕੋਈ ਮਤਲਬ ਦੁਚਿੱਤੀ ਨਹੀਂ ਹੈਗੀ। ਉਹ ਅਣਐਲਾਨੀ ਐਮਰਜੈਂਸੀ ਦੇ ਵਿੱਚ ਜੇ ਕੋਈ ਪੱਤਰਕਾਰ ਬੋਲਦਾ ਉਹਨੂੰ ਅੰਦਰ ਭੇਜਿਆ ਜਾਂਦਾ ਹੈ, ਜੇ ਕੋਈ ਉਹਨਾਂ ਦੀ ਪਾਰਟੀ ਦਾ ਉਹਦੇ ਤੇ ਚਾਹੇ ਪੋਸਕੋ ਲੱਗਿਆ ਹੋਵੇ ਉਹਨੂੰ ਅੰਦਰ ਨਹੀਂ ਭੇਜਿਆ ਜਾਂਦਾ, ਜੇ ਕੋਈ ਵਿਰੋਧੀਆਂ ਦੀ ਪਾਰਟੀ ਦਾ ਉਹ ਤੇ ਈਡੀ ਵੀ, ਉਹ ਤੇ ਬਾਕੀ ਏਜੰਸੀਆਂ ਵੀ ਕੋਰਟ ਦੇ ਵਿੱਚ ਵੱਡੇ ਵਕੀਲ ਪੇਸ਼ ਕਰਕੇ ਕਹਿੰਦੀਆਂ ਨੇ ਕਿ ਇਹਦੀ ਜ਼ਮਾਨਤ ਨਾ ਕੀਤੀ ਜਾਵੇ। ਫੈਸਲਾ ਭਾਵੇਂ ਕੋਰਟ ਦਾ, ਵੱਡੇ ਵੱਡੇ ਨੇਤਾਵਾਂ ਦੀ ਜ਼ਮਾਨਤ ਨਹੀਂ ਹੋ ਰਹੀ, ਪਰੰਤੂ ਇਸ ਦੇ ਉਲਟ ਜਿਹੜੇ ਦੂਜੇ ਪਾਸੇ ਨੇ ਉਦੋਂ ਬਾਅਦ ਈਡੀ ਦਾ ਕੰਮ ਬੰਦ, ਉਹਨਾਂ ਦੇ ਚਲਾਨ ਨਹੀਂ ਪੇਸ਼ ਹੋ ਰਹੇ, ਉਹਨਾਂ ਤੇ ਕੋਈ ਅੱਗੇ ਕਾਰਵਾਈ ਨਹੀਂ ਹੋ ਰਹੀ। ਜਿੱਥੇ ਤੱਕ ਸਰਕਾਰਾਂ ਸਿੱਟਣ ਦਾ ਮਸਲਾ ਉਹ ਤੋੜਨ ਦਾ ਯਤਨ ਕਰੇਗੀ। ਇਹ ਐਮਰਜੈਂਸੀ ਤੋਂ ਬਾਅਦ ਕਾਂਗਰਸ ਸਰਕਾਰਾਂ ਨੇ ਵੀ ਕੀਤਾ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਮ ਪੱਤਰਕਾਰਾਂ ਦੀ ਕਹਿ ਲਓ, ਜਨਤਾ ਦੀ ਇਹ ਲੱਗ ਰਹੀ ਹੈ ਕਿ ਸਾਰੀਆਂ ਸੀਮਾਵਾਂ ਲੰਘ ਕੇ ਇਹ ਕੰਮ ਕੀਤੇ ਜਾ ਰਹੇ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਜਨਤਾ ਦੱਸੇਗੀ ਜਨਰਲ ਇਲੈਕਸ਼ਨ ਦੇ ਵਿੱਚ ਕਿ ਵਾਪਰੇਗਾ ਕੀ। ਜੇਕਰ ਸਰਕਾਰ ਇੰਨੀ ਸੰਤੁਸ਼ਟ ਹੈ ਫਿਰ ਤੁਹਾਡੇ ਸਾਹਮਣੇ ਰੋਜ਼ ਰੌਲਾ ਪੈਂਦਾ ਮਹਾਰਾਸ਼ਟਰ ਦੇ ਵਿੱਚ, ਫਿਰ ਉਹ ਜਿਹੜੀ ਲੋਕਲ ਬੋਡੀਜ਼ ਦੀਆਂ ਚੋਣਾਂ ਕਿਉਂ ਨਹੀਂ ਕਰਾ ਲੈਂਦੇ।
ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਡਰੀ ਹੋਈ ਤਾਂ ਹੈਗੀ ਹੈ। ਸੋ ਇਸ ਕਰਕੇ ਇੰਨਾ ਸੌਖਾ ਨਹੀਂ ਹੈਗਾ। ਸਰਕਾਰਾਂ ਦੇ ਵਿੱਚ ਰਾਜਨੀਤਿਕ ਲੋਕ ਜਿਹੜੇ ਬਿਆਨ ਦਿੰਦੇ ਨੇ ਇਨਵੇਂ ਸੱਚ ਨਹੀਂ ਹੁੰਦੇ, ਉਹ ਬਹੁਤ ਵਾਰ ਸੱਚ ਤੋਂ ਦੂਰ ਹੁੰਦੇ ਨੇ। ਔਰ ਬੀਜੇਪੀ ਦੇ ਨੇਤਾਵਾਂ ਦੇ ਬਿਆਨ ਵੀ ਅੱਜ ਜੋ ਦਿਖਾਈ ਦੇ ਰਹੇ ਨੇ ਉਹ ਸੱਚ ਤੋਂ ਦੂਰ ਨੇ ਲੱਗ ਰਿਹਾ ਮੈਨੂੰ। ਜੀ ਆਖਰੀ ਖਬਰ ਲਵਾਂਗੇ ਕਿ ਜਿਵੇਂ ਉੱਪਰਲੇ ਲੈਵਲ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ, ਸਿਸੋਦੀਆ ਸਾਹਿਬ ਦੀ ਜ਼ਮਾਨਤ ਲਗਾਤਾਰ ਰੱਦ ਹੋਣਾ ਜਾਂ ਉਹਨਾਂ ਨੂੰ ਜ਼ਮਾਨਤ ਨਾ ਮਿਲਣਾ, ਕੇਜਰੀਵਾਲ ਸਾਹਿਬ ਦਾ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਰਹਿਣਾ ਕਿ ਸ਼ਰਾਬ ਜਿਹੜਾ ਘੁਟਾਲਾ ਜਾਂ ਸ਼ਰਾਬ ਦੀ ਨੀਤੀ ਹੈ ਉਹਨੂੰ ਲੈ ਕੇ ਕੀ ਬਣੇਗਾ, ਕਿਉਂਕਿ ਪੰਜਾਬ 'ਚ ਵੀ ਇਨ ਬਿਨ ਉਹੀ ਲਾਗੂ ਹੈ। ਵਿੱਚੋਂ ਵਿੱਚ ਕਨਸੂਆਂ ਚੱਲ ਰਹੀਆਂ ਸੀ ਕਿ ਸ਼ਾਇਦ ਕੇਰਲ ਦਾ ਗੇੜਾ ਗੁੜਾ ਮਾਰ ਕੇ ਉਧਰਲੀ ਨੀਤੀ ਇੱਧਰ ਪੰਜਾਬ ਦੇ ਵਿੱਚ ਲਿਆਂਦੀ ਜਾਵੇ ਤੇ ਜਿਹੜੀ ਪੰਜਾਬ ਵਾਲੀ ਹੈ ਦਿੱਲੀ ਵਾਲੀ ਨੀਤੀ ਉਹਨੂੰ ਵੀ ਬੈਕਅਪ ਕੀਤਾ ਜਾ ਸਕਦਾ ਆ। ਇਹਦੇ ਵਿਚਾਲੇ ਮੁੱਖ ਮੰਤਰੀ ਤਰੀਕੇ ਨਾਲ ਟਵਿੱਟਰ ਤੇ ਵਾਰ ਛੇੜੀ ਬੈਠੇ ਨੇ। ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਵੀ ਭੇਜ ਦਿੱਤਾ, ਸ਼ਾਇਦ 15-17 ਲੱਖ ਦਾ ਭੇਜਿਆ, ਗੱਲ ਤਾਂ ਕਹਿੰਦੇ 55 ਲੱਖ ਦੀ ਹੁੰਦੀ ਸੀ ਕਿ ਅੰਸਾਰੀ ਵਾਲੇ ਮਾਮਲੇ 'ਚ ਰਿਕਵਰ ਕਰਨਾ ਆ। ਕੀ ਅਸੀਂ ਪੰਜਾਬ ਦੀ ਸਥਿਤੀ ਵੀ ਇਦਾਂ ਦੀ ਦੇਖੀਏ ਕਿ ਇਹਨਾਂ ਦੇ ਬਾਕੀ ਐਮਐਲਏ ਉਸ ਕਿਸਮ ਨਾਲ ਨਹੀਂ ਬੋਲਦੇ ਜਿਵੇਂ ਬੋਲਣਾ ਚਾਹੀਦਾ, ਜਾਂ ਜਿਸ ਤਰੀਕੇ ਨਾਲ ਸਿਆਸਤ ਸਾਹਮਣੇ ਆਉਂਦੀ ਹੈ ਮੁੱਦਿਆਂ ਦੇ ਉੱਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਕਿ ਉੱਥੇ ਵੀ ਅੰਦਰੋਂ ਅੰਦਰ ਕੁਝ ਇਹੋ ਜਿਹਾ ਚੱਲ ਰਿਹਾ ਕਿ ਬੀਜੇਪੀ ਸਨਮਾਰੀ ਪੰਜਾਬ 'ਚ ਵੀ ਕਰ ਸਕਦੀ ਹੈ, ਜਾਂ ਇਸ ਕਿਸਮ ਦਾ ਕੋਈ ਡਰ ਜਿਵੇਂ ਪਿੱਛੇ ਜਿਹਨਾਂ ਨੇ ਆਪਰੇਸ਼ਨ ਲੋਟਸ ਨੂੰ ਲੈ ਕੇ ਰੌਲਾ ਪਾਇਆ ਸੀ ਕਰ ਸਕਦੀ ਹੈ। ਪਰੰਤੂ ਮੈਨੂੰ ਇਹ ਲੱਗਦਾ ਹੈ ਕਿ ਹਾਲ ਦੀ ਘੜੀ ਬੀਜੇਪੀ ਇਹ ਸਾਰਾ ਕੁਝ ਉਦੋਂ ਹੀ ਕਰੇਗੀ ਨਾ ਜੇ ਆਪਦੇ ਐਮਐਲਏ 3 ਨੇ ਤੇ 117 ਦਾ ਜਿਹੜਾ ਅੱਧ ਕਰਦੇ ਆ ਜਦੋਂ ਅਸੀਂ ਉਹ 60 ਬਣਦੇ ਨੇ, ਤੇ ਜਦੋਂ 57 ਬਦਲੀ ਕਰਨਗੇ ਤਾਂ ਉਦੋਂ ਬੀਜੇਪੀ ਕਰ ਲੇਗੀ। 57 ਨਹੀਂ ਨਾ ਮਿਲ ਰਹੇ, ਸਮਝੇ ਨਾ। ਮਤਲਬ ਇਸ ਤੋਂ ਬਿਨਾਂ ਐਮਐਲਏ ਤੁਸੀਂ ਦੱਸੋ ਨਾ ਕਿਹਦੇ ਨੇ, ਜਾਂ ਕਾਂਗਰਸ ਦੇ ਨੇ। ਕਾਂਗਰਸ ਦੇ ਨਾਲ ਬੀਜੇਪੀ ਦਾ ਕੋਈ ਸਮਝੌਤਾ ਹੋ ਨਹੀਂ ਸਕਦਾ ਜਦ ਤੱਕ ਕਾਂਗਰਸ ਵਾਲੇ ਸਾਰੇ ਡਿਫੈਕਟ ਕਰਨ। ਇਹ ਸੰਭਾਵਨਾ ਨਹੀਂ ਹੈਗੀ ਕਿਉਂਕਿ ਹਾਲੇ ਇੱਕ ਭਵਿੱਖ ਦਿਸ ਰਿਹਾ ਹੈ। ਰਾਜਨੀਤਿਕ ਪਾਰਟੀ ਦੇ ਜਿਹੜੇ ਲੋਕ ਹੁੰਦੇ ਨੇ, ਕਿਸੇ ਵੀ ਪਾਰਟੀ ਦੇ ਰਾਜਨੀਤਿਕ ਤੌਰ ਤੇ, ਉਹ ਆਪਣਾ ਭਵਿੱਖ ਦੇਖਦੇ ਨੇ। ਹਾਲੇ ਭਵਿੱਖ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਉਹ ਪੋਜੀਸ਼ਨ ਨਹੀਂ ਜੋ ਇੱਕ ਵਾਰ ਅਕਾਲੀ ਦਲ ਦੀ ਹੋ ਗਈ। ਪਰੰਤੂ ਅਕਾਲੀ ਦਲ ਵੀ ਹਜੇ ਕਿਵੇਂ ਨਾ ਕਿਵੇਂ ਆਪਦੇ ਲੀਡਰਾਂ ਨੂੰ ਕੁਛ ਨਾ ਕੁਛ ਇੰਟੈਕਟ ਰੱਖੀ ਬੈਠਾ, ਭਾਵੇਂ ਬਹੁਤ ਕਈ ਸਾਰੇ ਨਿਕਲ ਗਏ ਉਹ ਚੋਂ, ਪਰ ਫਿਰ ਵੀ ਵੱਡੀ ਗਿਣਤੀ 'ਚ ਹਾਲੇ ਉਹ ਲੀਡਰਾਂ ਨੂੰ ਆਪਦੇ ਨੂੰ ਬੰਨੀ ਬੈਠਾ ਹੈ। ਸੋ ਇਸ ਕਰਕੇ ਉਹ, ਲੇਕਿਨ ਅਕਾਲੀ ਦਲ ਕੋਲ ਵੀ ਬਹੁਤੇ ਐਮਐਲਏ ਨਹੀਂ। ਸੋ ਇਸ ਕਰਕੇ ਜੇ ਤਾਂ 10-12-15 ਬੰਦੇ ਪੱਟ ਕੇ ਕੰਮ ਚੱਲਦਾ ਹੋਵੇ ਫਿਰ ਬੀਜੇਪੀ ਕੋਈ ਖੇਡ ਸਕਦੀ ਹੈ। ਪਰੰਤੂ ਇੱਥੇ ਹਾਲੇ ਉਹ ਸਥਿਤੀ ਸ਼ਾਇਦ ਨਹੀਂ ਲੱਗ ਰਹੀ। ਹਾਂ, ਅੰਦਰ ਖਾਤੇ ਕੋਈ ਗੱਲ ਚੱਲ ਰਹੀ ਹੈ, ਆਪਾਂ ਨੂੰ ਨਹੀਂ ਪਤਾ ਕਿ ਜਾਂ ਤਾਂ ਉਹੀ ਗੱਲ ਹੋਵੇ ਨਾ ਕਿ ਮਹਾਰਾਸ਼ਟਰ ਵਾਲੀ ਕਿ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਸ਼ਾਮਲ ਹੋ ਜਾਵੇ ਬੀਜੇਪੀ 'ਚ। ਉਹਦੀ ਕਿੰਨੀ ਕੁ ਸੰਭਾਵਨਾ ਹੈ ਜਾਂ ਨਹੀਂ ਹੈ, ਇਸ ਦੀ ਇੱਕ ਬੜੀ ਵੱਡੀ ਦਿੱਕਤ ਆਉਂਦੀ ਹੈ। ਮੈਂ ਜਿਹੜੀ ਪਹਿਲਾਂ ਪਿੱਛੇ ਗੱਲ ਕਹਿ ਕੇ ਹਟਿਆ, ਮੈਨੂੰ ਇਹਦਾ ਵੀ ਹੈ, ਤੁਸੀਂ ਵੈਸੇ ਹੀ ਗੱਲ ਆ ਗਈ, ਕੱਲ ਦੀ ਬੜੀ ਚਰਚਿਤ ਖਬਰ ਹੈ ਕਿ ਅਸ਼ਵਨੀ ਸ਼ਰਮਾ ਜੀ, ਉਹਨਾਂ ਦੇ ਇੱਕ ਪ੍ਰਧਾਨ ਨੇ ਜਿਹੜੇ ਪਾਰਟੀ ਦੇ ਬੀਜੇਪੀ ਦੇ, ਉਹ ਜਾਂਦੀਆਂ ਪ੍ਰੋਬਲਮ ਆਈਆਂ। ਉਹਦੀ ਵੀ ਇੱਕ ਦਿੱਕਤ ਇਹੀ ਹੈ ਕਿ ਬੀਜੇਪੀ ਦੀ ਹਾਈ ਕਮਾਂਡ ਨਹੀਂ ਚਾਹੂਗੀ, ਜਾਂ ਬੀਜੇਪੀ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਨਹੀਂ ਚਾਹਣਗੇ, ਹਾਈ ਕਮਾਂਡ ਇਕੱਲੀ ਨਹੀਂ, ਉਹ ਨਹੀਂ ਚਾਹਣਗੇ ਕਿ ਇੱਕਦਮ ਕਿਸੇ ਬਾਹਰਲੀ ਪਾਰਟੀ ਦੇ ਆਏ ਹੋਏ ਵਿਅਕਤੀ ਨੂੰ ਕਮਾਂਡ ਸੰਭਾਲ ਦਿੱਤੀ ਜਾਵੇ, ਜਿਹੜਾ ਸਾਡੀ ਆਈਡੀਓਲੋਜੀ ਨੂੰ ਕੱਲ ਬੁਰਾ ਭਲਾ ਕਹਿ ਰਿਹਾ ਸੀ, ਅੱਜ ਉਹ ਕਹਿ ਰਿਹਾ। ਕਿਉਂਕਿ ਸਾਰੀ ਕਾਂਗਰਸ ਇਹਨਾਂ ਨੂੰ ਫਿਰਕੂ ਕਹਿਣ 'ਚ ਬਿਲਕੁਲ ਘੋਲ ਨਹੀਂ ਕਰਦੀ, ਪਰੰਤੂ ਅੱਜ ਉੱਥੇ ਜਾ ਕੇ ਜਦੋਂ ਕਹਿੰਦੇ ਕਿ ਹੁਣ ਫਿਰਕੂ ਨਹੀਂ ਰਹੇ, ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਉਸ ਬੰਦੇ ਨੂੰ ਇਸ ਤਰ੍ਹਾਂ ਦੀ ਕਮਾਂਡ ਨਾ ਦਿੱਤੀ ਜਾਵੇ। ਸੋ ਜੇਕਰ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਬਗਾਵਤ ਹੋ ਕੇ ਵੱਡੀ ਗਿਣਤੀ 'ਚ ਐਮਐਲਏ ਬੀਜੇਪੀ ਨਾਲ ਆਉਣਗੇ ਤਾਂ ਉਹ ਬੀਜੇਪੀ ਦੀ ਸਰਕਾਰ ਕਿਵੇਂ ਬਣੇਗੀ? ਫਿਰ ਉਹ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਰਹੇਗੀ ਜਾਂ ਬਾਗੀ ਆਮ ਆਦਮੀ ਪਾਰਟੀ ਦੀ ਰਹੇਗੀ? ਇਹ ਪਹਿਲਾਂ ਤਜਰਬਾ ਤੁਸੀਂ ਦੇਖ ਚੁੱਕੇ ਹੋ। ਸ਼ਿੰਦੇ ਤੋਂ ਬਾਰ-ਬਾਰ ਖਬਰਾਂ 'ਚ ਆ ਰਿਹਾ ਹੈ ਕਿ ਬੀਜੇਪੀ ਉਹ ਸ਼ਿੰਦੇ ਨੂੰ ਮਹਾਰਾਸ਼ਟਰ 'ਚ ਮੁੱਖ ਮੰਤਰੀ ਬਣਾ ਕੇ ਫਸੀ ਹੋਈ ਹੈ। ਨਾ ਉਹ ਨਿਕਲਿਆ ਜਾਂਦਾ ਹੈ, ਨਾ ਉਹ ਬਾਹਰ ਚੁੱਕਿਆ ਜਾਂਦਾ ਹੈ, ਉਹ ਫਸੇ ਹੋਏ ਨੇ। ਔਰ ਉਹਦੇ ਕਾਰਨ ਹੀ ਅਜੀਤ ਪਵਾਰ ਨੂੰ ਵੀ ਨਾਲ ਲੈਣਾ ਪਿਆ। ਇਸ ਕਰਕੇ ਜੇਕਰ ਬੀਜੇਪੀ ਕਿਸੇ ਪਾਰਟੀ ਦੇ 50 ਐਮਐਲਏ ਲੈ ਲੇਗੀ ਤਾਂ ਫਿਰ ਬੀਜੇਪੀ ਦੇ ਬੰਦਿਆਂ ਨੂੰ ਤਾਕਤ ਕਿਵੇਂ ਮਿਲੇਗੀ? ਫਿਰ ਤਾਂ ਤਾਕਤ ਉਹਨਾਂ ਦੇ ਹੱਥ ਹੀ ਰਹੇਗੀ ਨਾ। ਸੋ ਇਸ ਕਰਕੇ ਹੋ ਸਕਦਾ ਹੈ ਸੈਂਟਰਲ ਲੈਵਲ ਤੇ ਕੋਈ ਪਾਰਲੀਮੈਂਟ 'ਚ ਮਾੜਾ ਮੋਟਾ ਕੋਈ ਫਾਇਦਾ ਹੋ ਜੇ। ਇਸ ਕਰਕੇ ਮੈਨੂੰ ਇਹ ਸੰਭਾਵਨਾ ਘੱਟ ਲੱਗਦੀ ਹੈ ਇੱਥੇ ਆਉਣ ਵਾਲੇ ਸਮੇਂ 'ਚ। ਪਰ ਹਾਂ, ਇਹ ਸੰਭਾਵਨਾ ਲੱਗਦੀ ਹੈ ਕਿ ਪਾਰਲੀਮੈਂਟ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦਾ ਅਕਾਲੀ ਦਲ ਨਾਲ ਤੇ ਮਾਇਆਵਤੀ ਨਾਲ ਕੋਈ ਰਲ ਮਿਲ ਕੇ ਸਮਝੌਤਾ ਹੋਵੇ। ਇੱਕ ਚਰਚਾ ਵੀ ਚੱਲ ਰਹੀ ਹੈ
ਕਿ ਸ਼ਾਇਦ ਇਸ ਗੱਲ ਤੇ ਚਰਚਾਵਾਂ ਪੱਤਰਕਾਰਾਂ ਵੱਲੋਂ ਇਦਾਂ ਦੀਆਂ ਗੱਲਾਂ ਆ ਰਹੀਆਂ ਨੇ, ਕਣਸੋਆਂ ਨੇ, ਕਿ 7 ਸੀਟਾਂ ਤੇ ਅਕਾਲੀ ਦਲ ਲੜ ਲੇ, 5 ਤੇ ਭਾਰਤੀ ਜਨਤਾ ਪਾਰਟੀ ਲੜ ਲੇ ਤੇ 1 ਤੇ ਬੀਐਸਪੀ ਲੜ ਲੇ, ਏਦਾਂ ਰਲਾ ਕੇ ਕੋਈ ਸਮਝੌਤਾ ਹੋ ਜੇ। ਇਹਦੀਆਂ ਸੰਭਾਵਨਾਵਾਂ ਤਾਂ ਹੋ ਸਕਦੀਆਂ ਨੇ, ਪਰ ਅੱਜ ਇਹ ਸੰਭਾਵਨਾਵਾਂ ਨਹੀਂ ਦਿਖਾਈ ਦੇ ਰਹੀਆਂ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਇੱਥੇ ਆਪਰੇਸ਼ਨ ਲੋਟਸ ਚਲਾ ਕੇ ਵੱਡੀ ਪੱਧਰ ਤੇ ਕਿਸ ਡਿਫੈਕਸ਼ਨ ਕਰਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜੇ। ਮੈਨੂੰ ਇਹ ਮੁਸ਼ਕਲ ਲੱਗ ਰਿਹਾ ਅੱਜ ਦੀ ਘੜੀ, ਇਹਦੀ ਸੰਭਾਵਨਾ ਬਹੁਤ ਘੱਟ ਲੱਗ ਰਹੀ ਹੈ ਜੀ। ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਜੀ। ਸੋ ਮੇਰੇ ਨਾਲ ਮੌਜੂਦ ਸਨ ਪ੍ਰੋਫੈਸਰ ਰਣ ਸਿੰਘ ਧਾਲੀਵਾਲ, ਉੱਘੇ ਸਿਆਸੀ ਮਾਹਰ ਨੇ। ਅਸੀਂ ਚਰਚਾ ਕੀਤੀ ਹੈ, ਮੇਨ ਮੋਟਿਵ ਇਹ ਹੈ ਕਿ ਬੀਜੇਪੀ ਦੀ ਜਾਂ ਦੇਸ਼ ਦੇ ਵਿੱਚ ਜੋ ਸਿਆਸੀ ਇਸ ਵੇਲੇ ਉਠਕ ਪਟਕ ਚੱਲ ਰਹੀ ਹੈ ਉਹਦੇ ਕੀ ਨਤੀਜੇ ਨਿਕਲ ਸਕਦੇ ਨੇ। ਜੋ ਦੌੜ ਭੱਜ ਹੋ ਰਹੀ ਹੈ, ਟੁੱਟ ਭੱਜ ਵੀ ਹੋ ਰਹੀ ਹੈ, ਉਹ ਸਾਰਾ ਕੁਝ ਉਹਨੂੰ ਪੰਜਾਬ ਦੇ ਸੰਦਰਭ 'ਚ ਵੀ ਦੇਖਿਆ ਜਾਵੇ ਤੇ ਦੇਸ਼ ਦੇ ਸੰਦਰਭ 'ਚ ਤੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਤੇ ਸਿੱਖਾਂ ਦੇ ਸੰਦਰਭ 'ਚ ਜਦੋਂ ਦੇਖਿਆ ਜਾਂਦਾ ਤਾਂ ਉਹ ਬਹੁਤ ਕੁਝ ਜਿਹੜਾ ਬਿਆਨ ਕਰਦਾ। ਤੁਸੀਂ ਉਹਦੇ ਬਾਰੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।